स्ट्रेंथ ऑफ मटीरियल्स ਇਹ ਸਬਜੈਕਟ ਮਕੈਨੀਕਲ ਇੰਜੀਨੀਅਰਸ ਤੇ ਸਿਵਲ ਇੰਜੀਨੀਅਰਸ ਦੋਨਾਂ ਲਈ ਹੀ ਬਹੁਤ ਇੰਪੋਰਟੈਂਟ ਸਬਜੈਕਟ ਹੈ ਕਿਉਂਕਿ ਮਕੈਨੀਕਲ ਇੰਜੀਨੀਅਰਸ ਇਸ ਸਬਜੈਕਟ ਦੀ ਹੈਲਪ ਨਾਲ ਆਪਣੇ ਮਸ਼ੀਨ ਕੰਪੋਨੈਂਟਸ ਨੂੰ ਡਿਜ਼ਾਈਨ ਕਰ ਸਕਦੇ ਹੈ ਤੇ ਸਿਵਲ ਇੰਜੀਨੀਅਰਸ ਇਸ ਸਬਜੈਕਟ ਦੀ ਹੈਲਪ ਨਾਲ ਆਪਣੇ ਸਟਰਕਚਰਸ ਨੂੰ ਡਿਜ਼ਾਈਨ ਕਰ ਸਕਦੇ ਆ ਸਟਰਕਚਰਸ ਮਤਲਬ ਇਹ ਬਿਲਡਿੰਗਸ ਹੋ ਗਈ ਜਾਂ ਫਲਾਈਓਵਰਸ ਹੋ ਗਏ ਜਿੰਨੇ ਵੀ ਸਟਰਕਚਰਸ ਆਪਾਂ ਆਪਣੇ ਆਸੇ-ਪਾਸੇ ਦੇਖਦੇ ਆ ਉਹ ਸਾਰੇ ਦੇ ਸਾਰੇ ਸਟਰਕਚਰ ਇਸ ਸਬਜੈਕਟ ਦੀ ਹੈਲਪ ਨਾਲ ਡਿਜ਼ਾਈਨ ਕੀਤੇ ਜਾ ਸਕਦੇ ਆ इस सब्जेक्ट के होर भी बहुत सारे नाम है तो सारे नाम डिस्कस करने बहुत जरूरी है बिकॉज जो सानू वो नाम समझ आ गए तो सानू ये क्लीयर हो जाएगा कि इस सब्जेक्ट के असीं अगे पढ़न की जा रहे हैं तो जो कुछ भी असीं पढ़न जा रहे हैं उस नॉलेज की हेल्प नाल असीं अपने फील्ड के अगे की कर सकते हैं इस सब्जेक्ट नू स्ट्रेंथ ऑफ मटीरियल्स भी कहा जाता है मैकेनिक्स ऑफ मटीरियल्स भी कहा जाता है मैकेनिक्स ऑफ सॉलिड्स भी कहा जाता है तो मैकेनिक्स ऑफ डिफॉर्मेबल सॉलिड्स भी कहा जाता है ਹੁਣ ਇਸ ਸਬਜੈਕਟ ਦੇ ਜਿਹੜੇ ਨਾਮ ਹੈ ਉਹਨਾਂ ਵਿੱਚ ਕੁਝ ਇਦਾਂ ਦੇ ਵਰਡਸ ਨੇ ਜਿਨ੍ਹਾਂ ਨੂੰ ਜੇ ਅਸੀਂ ਸਮਝ ਲਈਏ ਤਾਂ ਸਾਨੂੰ ਇਹ ਕਲੀਅਰ ਹੋ ਜਾਊਗਾ ਕਿ ਇਸ ਸਬਜੈਕਟ ਦਾ ਆਬਜੈਕਟਿਵ ਕੀ ਹੈ ਤੇ ਅਸੀਂ ਇਸ ਸਬਜੈਕਟ ਦੇ ਵਿੱਚ ਅੱਗੇ ਕਰਨ ਕੀ ਜਾ ਰਹੇ ਹਾਂ ਜਿੱਦਾਂ ਕਿ ਮਟੀਰੀਅਲਸ ਸੋਲਿਡਸ ਮੈਕੈਨਿਕਸ ਡਿਫਾਰਮੇਬਲ ਸੋਲਿਡਸ ਤੇ ਸਟਰੈਂਥ ਇਹ ਪੰਜੇ ਹੀ ਵਰਡਸ ਨੂੰ ਆਪਾਂ ਇੱਕ ਇੱਕ ਕਰਕੇ ਬਿਲਕੁਲ ਥੋਰੋਲੀ ਪੜਾਂਗੇ ਤਾਂ ਕਿ ਸਾਨੂੰ ਇਸ ਸਬਜੈਕਟ ਦਾ ਆਬਜੈਕਟਿਵ ਸਮਝ ਆ ਸਕੇ ਤੇ ਸਾਡਾ ਇਸ ਸਬਜੈਕਟ ਦੇ ਵਿੱਚ ਇੰਟਰਸਟ ਬਣ ਸਕੇ ਤਾਂ ਬੱਚਿਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲੇ ਵਰਡ ਤੋਂ ਵਿਚ ਇਜ਼ ਮਟੀਰੀਅਲ ਇਹ ਮਟੀਰੀਅਲ ਵਰਡ ਨਾਰਮਲੀ ਆਪਾਂ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਜਾਂ ਆਪਣੀਆਂ ਗੱਲਾਂ ਦੇ ਵਿੱਚ ਆਪਣੀਆਂ ਡਿਸਕਸ਼ਨਸ ਦੇ ਵਿੱਚ ਆਪਾਂ ਇਸ ਵਰਡ ਦਾ ਵਾਰ-ਵਾਰ ਯੂਜ਼ ਕਰਦੇ ਹਾਂ ਬਟ ਐਕਚੁਅਲ ਦੇ ਵਿੱਚ ਇਸ ਵਰਡ ਦਾ ਮਤਲਬ ਕੀ ਹੈ ਇਹ ਪਤਾ ਹੋਣਾ ਇੱਕ ਇੰਜੀਨੀਅਰ ਲਈ ਬਹੁਤ ਜ਼ਰੂਰੀ ਹੈ ਆਪਾਂ ਕਿਹਨੂੰ ਮਟੀਰੀਅਲ ਕਹਿ ਸਕਦੇ ਹਾਂ ਜਾਂ ਮਟੀਰੀਅਲ ਵਰਡ ਦਾ ਐਕਚੁਅਲ ਮਤਲਬ ਕੀ ਹੈ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਬੱਚੇ ਜਿਹੜਾ ਮਟੀਰੀਅਲ ਵਰਡ ਹੈ ਇਹ ਲੈਟਿਨ ਭਾਸ਼ਾ ਦੇ ਇੱਕ ਵਰਡ ਮੈਟਰ ਤੋਂ ਬਣਿਆ ਮੈਂ ਰਿਪੀਟ ਕਰ ਰਿਹਾ ਜਿਹੜਾ ਮਟੀਰੀਅਲ ਵਰਡ ਹੈ ਜਿਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਲੈਟਿਨ ਭਾਸ਼ਾ ਦੇ ਇੱਕ ਵਰਡ ਮੈਟਰ ਤੋਂ ਬਣਿਆ ਤਾਂ ਮਟੀਰੀਅਲ ਨੂੰ ਸਮਝਣ ਤੋਂ ਪਹਿਲਾਂ ਆਪਾਂ ਇਸ ਵਰਡ ਮੈਟਰ ਨੂੰ ਸਮਝਾਂਗੇ ਕਿ ਮੈਟਰ ਦਾ ਮਤਲਬ ਕੀ ਹੈ ਆਪਾਂ ਮੈਟਰ ਕਿਹਨੂੰ ਕਹਿ ਸਕਦੇ ਹਾਂ बच्चों मैटर का मतलब होता है मदर मदर यानी कि मां जो जन्म देती है बिल्कुल जिस तरह मां जन्म देती है उसी तरह मैटर वो सबस्टांस है जिन्हें इस पूरी दुनिया को जन्म दिता पूरी दुनिया को जन्म देने का मतलब कि असी आसे पासे जिन्ना कुछ भी देखते हैं हर एक चीज किहदे तो बनी है मैटर तो बनी है ਤੁਹਾਡਾ ਇਹ ਫੋਨ ਜਾਂ ਤੁਹਾਡਾ ਇਹ ਲੈਪਟਾਪ ਜਿਹਦੇ ਉੱਪਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਹ ਕਿਹਦੇ ਤੋਂ ਬਣਿਆ ਇਹ ਮੈਟਰ ਤੋਂ ਬਣਿਆ ਤੁਸੀਂ ਕਿਹਦੇ ਤੋਂ ਬਣੇ ਹੋ ਮੈਟਰ ਤੋਂ ਬਣੇ ਹੋ ਤੁਹਾਡੇ ਘਰ ਦੇ ਵਿੱਚ ਇੱਕ ਇੱਕ ਇੱਟ ਜਾਂ ਇੱਕ ਇੱਕ ਸੀਮੈਂਟ ਦਾ ਜਿਹੜਾ ਪਾਰਟੀਕਲ ਹੈ ਉਹ ਕਿਹਦੇ ਤੋਂ ਬਣਿਆ ਮੈਟਰ ਤੋਂ ਬਣਿਆ ਤੁਹਾਡੇ ਪੂਰੇ ਪਿੰਡ ਕਿਹਦੇ ਤੋਂ ਬਣੇ ਆ ਮੈਟਰ ਤੋਂ ਸ਼ਹਿਰ ਕਿਹਦੇ ਤੋਂ ਬਣੇ ਆ ਮੈਟਰ ਤੋਂ ਬਣੇ ਆ ਸਮੁੰਦਰਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਕੀ ਹੈ ਉਹ ਮੈਟਰ ਹੈ ਸਾਡੇ ਐਟਮੋਸਫੇਅਰ ਦੇ ਵਿੱਚ ਜਿਹੜੀ ਹਵਾ ਹੈ ਉਹ ਕੀ ਹੈ ਉਹ ਮੈਟਰ ਹੈ ਮਤਲਬ ਇਹ ਸਾਡਾ ਪਲੈਨਟ ਅਰਥ ਪੂਰੇ ਦਾ ਪੂਰਾ ਪਲੈਨਟ ਕਿਹਦੇ ਤੋਂ ਬਣਿਆ ਮੈਟਰ ਤੋਂ ਬਣਿਆ तो सिर्फ प्लैनेट अर्थ ही नहीं इस पूरे यूनिवर्स के विच जिन्ने भी प्लैनेट्स है या जिन्ने भी स्टार्स है जो कुछ भी असी अपने आसे पासे देख रहे हैं वो हर एक चीज किहदे तो बनी है मैटर तो बनी है तो मैटर को किस तरीके नाल डिफाइन किया जा सकता है एक सिंपल जी लाइन दे विच मैटर को डिफाइन किया जा सकता है दैट मैटर इज द स्टफ दैट मेक्स अप यूनिवर्स मतलब मैटर वो स्टफ है जिहड़ा इस यूनिवर्स को बनाउंदा इहदा मतलब असी आसे पासे जो कुछ भी असी अपने आसे पासे जो कुछ भी देखते हैं हर एक चीज को मैटर कहा जा सकता है हर एक चीज जो साडे आसे पासे है हर एक चीज को असी मैटर कह सकते हैं साइंस दे विच मैटर को किस तरीके नाल डिफाइन किया गया थोड़ी जी टेक्निकल डेफिनेशन है साइंस दे विच बट बिल्कुल सिंपल है साइंस कहती है दैट मैटर इज एनीथिंग दैट हैज सम मास एंड ऑक्यूपाइज सम स्पेस मैं रिपीट कर रहे हैं तीन चीज़ों दे विच मैटर इज एनीथिंग कोई भी चीज मैटर इज एनीथिंग दैट हैज सम मास जिहदा कुछ भार है एंड ऑक्यूपाइज सम स्पेस ते जो कोई जगह घेर रही है तो मैटर है तो वो मैटर है मैटर इज एनीथिंग that has some mass and occupies some space ਤਾਂ ਆਪਾਂ ਉਸ ਚੀਜ਼ ਨੂੰ ਮੈਟਰ ਕਹਿ ਸਕਦੇ ਹਾਂ ਤਾਂ ਮੈਟਰ ਦੀਆਂ ਦੋ ਡੈਫੀਨੇਸ਼ਨਸ ਹੈ ਇੱਕ ਬਿਲਕੁਲ ਜਨਰਲ ਜੀ ਡੈਫੀਨੇਸ਼ਨ ਹੈ ਤੇ ਇੱਕ ਥੋੜੀ ਜਿਹੀ ਟੈਕਨੀਕਲ ਡੈਫੀਨੇਸ਼ਨ ਹੈ ਤਾਂ ਦੋ ਡੈਫੀਨੇਸ਼ਨਸ ਕੀ ਹੈ ਜਿਹੜੀਆਂ ਆਪਾਂ ਡਿਸਕਸ ਕੀਤੀਆਂ ਪਹਿਲੀ ਡੈਫੀਨੇਸ਼ਨ ਮੈਟਰ ਇਜ਼ ਦੀ ਸਟਫ that makes up universe मैटर ਉਹ ਸਟਫ ਹੈ ਜਿਹੜਾ ਇਸ ਪੂਰੇ ਯੂਨੀਵਰਸ ਨੂੰ ਬਣਾਉਂਦਾ ਹੈ ਤੇ ਦੂਸਰੀ ਡੈਫੀਨੇਸ਼ਨ ਕੀ ਹੈ ਮੈਟਰ ਇਜ਼ ਐਨੀਥਿੰਗ that has some mass and occupies some space ਤਾਂ ਇੱਥੋਂ ਤੱਕ ਤੁਹਾਨੂੰ ਕਾਫੀ ਹੱਦ ਤੱਕ ਕਲੈਰਿਟੀ ਆ ਜਾਣੀ ਚਾਹੀਦੀ ਹੈ ਕਿ ਅਸੀਂ ਮੈਟਰ ਕਿਹਨੂੰ ਕਹਿ ਸਕਦੇ ਹਾਂ ਤੇ ਇਹਦਾ ਨੈਕਸਟ ਪਾਰਟ ਕੀ ਬਣਦਾ ਹੈ ਜੇ ਤੁਸੀਂ ਮੈਟਰ ਨੂੰ ਆਬਜ਼ਰਵ ਕਰੋ ਜੇ ਤੁਸੀਂ ਮੈਟਰ ਨੂੰ ਆਪਣੇ ਆਸੇ-ਪਾਸੇ ਦੀਆਂ ਚੀਜ਼ਾਂ ਨੂੰ ਆਬਜ਼ਰਵ ਕਰੋ ਤਾਂ ਤੁਸੀਂ ਦੇਖੋਗੇ ਕਿ ਸਾਡੇ ਆਸੇ-ਪਾਸੇ ਜਿੰਨੀਆਂ ਵੀ ਚੀਜ਼ਾਂ ਉਹ
ਤਿੰਨ ਫਾਰਮਸ ਦੇ ਵਿੱਚ ਐਗਜ਼ਿਸਟ ਕਰਦੀਆਂ, ਤਿੰਨ ਫਾਰਮਸ ਦੇ ਵਿੱਚ। ਜੇ ਤੁਸੀਂ ਧਿਆਨ ਦਿਓ ਤੁਹਾਡੇ ਆਸੇ-ਪਾਸੇ ਜਿੰਨਾ ਵੀ ਮੈਟਰ ਹੈ ਉਹ ਤਿੰਨ ਫਾਰਮਸ ਦੇ ਵਿੱਚ ਐਗਜ਼ਿਸਟ ਕਰਦਾ ਹੈ। ਉਹ ਤਿੰਨ ਫਾਰਮਸ ਕਿਹੜੀਆਂ-ਕਿਹੜੀਆਂ? ਉਹ ਸੋਲਿਡ ਫਾਰਮ 'ਚ ਐਗਜ਼ਿਸਟ ਕਰ ਸਕਦਾ, ਮੈਟਰ ਲਿਕੁਇਡ ਫਾਰਮ 'ਚ ਐਗਜ਼ਿਸਟ ਕਰ ਸਕਦਾ, ਮੈਟਰ ਗੈਸੀਅਸ ਫਾਰਮ ਦੇ ਵਿੱਚ ਐਗਜ਼ਿਸਟ ਕਰ ਸਕਦਾ ਹੈ। ਤਾਂ ਮੈਟਰ ਤਿੰਨ ਫਾਰਮਸ ਦੇ ਵਿੱਚ ਐਗਜ਼ਿਸਟ ਕਰ ਸਕਦਾ ਹੈ, ਜਾਂ ਸੋਲਿਡ, ਜਾਂ ਲਿਕੁਇਡ, ਜਾਂ ਗੈਸਸ ਦੇ ਵਿੱਚ। ਹੁਣ ਲਿਕੁਇਡਸ ਤੇ ਗੈਸਸ ਦੇ ਵਿੱਚ ਇੱਕ ਚੀਜ਼ ਕਾਮਨ ਹੈ ਜਿਹੜੀ ਇਹਨਾਂ ਦੋਨਾਂ ਨੂੰ ਸੋਲਿਡਸ ਤੋਂ ਅਲੱਗ ਕਰਦੀ ਹੈ। ਮੈਂ ਰਿਪੀਟ ਕਰ ਰਿਹਾ, ਲਿਕੁਇਡਸ ਤੇ ਗੈਸਸ ਦੇ ਵਿੱਚ ਇੱਕ ਚੀਜ਼ ਕਾਮਨ ਹੈ ਜਿਹੜੀ ਇਹਨਾਂ ਦੋਨਾਂ ਨੂੰ ਸੋਲਿਡਸ ਤੋਂ ਅਲੱਗ ਕਰਦੀ ਹੈ। ਉਹ ਕੀ? ਕਿ ਇਹ ਦੋਨੋਂ ਹੀ ਸਟੇਟਸ ਆਫ ਮੈਟਰ ਫਲੋ ਕਰ ਸਕਦੇ ਹੈ। ਇਹ ਦੋਨੋਂ ਹੀ ਸਟੇਟਸ ਆਫ ਮੈਟਰ ਫਲੋ ਕਰ ਸਕਦੇ ਹੈ। ਲਿਕੁਇਡ ਫਲੋ ਕਰ ਸਕਦਾ ਹੈ, ਗੈਸਸ ਫਲੋ ਕਰ ਸਕਦੀਆਂ, ਬਟ ਸੋਲਿਡਸ ਫਲੋ ਨਹੀਂ ਕਰ ਸਕਦੇ। ਇਸ ਕਰਕੇ ਸੋਲਿਡਸ ਅਲੱਗ ਹੈ ਤੇ ਦੋਨੋਂ ਹੀ ਲਿਕੁਇਡਸ ਤੇ ਗੈਸਸ, ਇਹ ਦੋਨੋਂ ਸਟੇਟਸ ਆਫ ਮੈਟਰ ਡਿਫਰੈਂਟ ਹੈ। ਇਸ ਕਰਕੇ ਲਿਕੁਇਡਸ ਤੇ ਗੈਸਸ ਦੋਵਾਂ ਨੂੰ ਇੱਕ ਕੈਟਾਗਰੀ ਦੇ ਵਿੱਚ ਪਾਇਆ ਗਿਆ, ਐਂਡ ਦੈਟ ਆਰ ਫਲੂਇਡਸ। ਤਾਂ ਫਲੂਇਡਸ ਕੀ ਹੈ? ਫਲੂਇਡਸ ਉਹ ਸਟੇਟ ਆਫ ਮੈਟਰ ਹੈ, ਕਿਉਂਕਿ ਹੈ ਤਾਂ ਮੈਟਰ ਹੀ, ਬਟ ਉਹ ਸਟੇਟ ਆਫ ਮੈਟਰ ਹੈ ਜਿਹੜੀ ਫਲੋ ਕਰ ਸਕਦੀ ਹੈ। ਤੇ ਫਲੂਇਡਸ ਦੇ ਵਿੱਚ ਕੀ ਆਉਂਦਾ? ਲਿਕੁਇਡਸ ਤੇ ਗੈਸਸ। ਤਾਂ ਅਸੀਂ ਤਿੰਨ ਚੀਜ਼ਾਂ ਹੁਣ ਤੱਕ ਡਿਸਕਸ ਕਰ ਚੁੱਕੇ ਹਾਂ। ਪਹਿਲੀ ਕਿ ਮੈਟਰ ਕਿਹਨੂੰ ਕਹਿੰਦੇ ਆ, ਦੂਸਰੀ ਮੈਟਰ ਕਿੰਨੀਆਂ ਸਟੇਟਸ ਦੇ ਵਿੱਚ ਐਗਜ਼ਿਸਟ ਕਰਦਾ ਹੈ ਤੇ ਉਹ ਕਿਹੜੀਆਂ ਸਟੇਟਸ ਹੈ, ਤੇ ਤੀਸਰੀ ਮੈਟਰ ਦੀ ਕਿਹੜੀਆਂ ਉਹ ਸਟੇਟਸ ਹੈ ਜਿਨ੍ਹਾਂ ਨੂੰ ਫਲੂਇਡਸ ਕਿਹਾ ਜਾ ਸਕਦਾ ਹੈ, ਜਾਂ ਮੈਟਰ ਦੀ ਕਿਹੜੀਆਂ ਉਹ ਸਟੇਟਸ ਹੈ ਜਿਹੜੀਆਂ ਫਲੋ ਕਰ ਸਕਦੀਆਂ। ਤਾਂ ਮੈਟਰ ਕਿਹਨੂੰ ਕਹਿੰਦੇ ਆ? ਮੈਟਰ ਇਜ਼ ਐਨੀਥਿੰਗ ਦੈਟ ਹੈਜ਼ ਸਮ ਮਾਸ ਐਂਡ ਆਕਿਊਪਾਈ ਸਮ ਸਪੇਸ। ਮੈਟਰ ਕਿਹੜੀ ਸਟੇਟ ਦੇ ਵਿੱਚ ਐਗਜ਼ਿਸਟ ਕਰ ਸਕਦਾ ਹੈ? ਮੈਟਰ ਸੋਲਿਡ ਸਟੇਟ 'ਚ ਵੀ ਐਗਜ਼ਿਸਟ ਕਰ ਸਕਦਾ ਹੈ, ਮੈਟਰ ਲਿਕੁਇਡ ਸਟੇਟ ਦੇ ਵਿੱਚ ਵੀ ਐਗਜ਼ਿਸਟ ਕਰ ਸਕਦਾ ਹੈ, ਤੇ ਮੈਟਰ ਗੈਸੀਅਸ ਸਟੇਟ ਦੇ ਵਿੱਚ ਵੀ ਐਗਜ਼ਿਸਟ ਕਰ ਸਕਦਾ ਹੈ। ਫਲੂਇਡ ਮੈਟਰ ਦਾ ਕਿਹੜਾ ਉਹ ਪਾਰਟ ਹੈ ਜਿਹਨੂੰ ਆਪਾਂ ਫਲੂਇਡ ਕਹਿ ਸਕਦੇ ਹਾਂ, ਜਾਂ ਮੈਟਰ ਦੀ ਕਿਹੜੀਆਂ ਉਹ ਸਟੇਟਸ ਹੈ ਜਿਹਨੂੰ ਫਲੂਇਡਸ ਕਿਹਾ ਜਾ ਸਕਦਾ ਹੈ? ਲਿਕੁਇਡਸ ਤੇ ਗੈਸਸ, ਇਹਨਾਂ ਦੋਨਾਂ ਨੂੰ ਫਲੂਇਡਸ ਕਿਹਾ ਜਾ ਸਕਦਾ ਹੈ। ਕਿਉਂ ਕਹਿ ਸਕਦੇ ਹਾਂ ਫਲੂਇਡਸ? ਕਿਉਂਕਿ ਇਹ ਦੋਵੇਂ ਹੀ ਸਟੇਟਸ ਫਲੋ ਕਰ ਸਕਦੀਆਂ। ਬੱਚੇ ਹੁਣ ਕਦੇ ਇਹ ਨਾ ਸੋਚਿਓ ਕਿ ਕੋਈ ਵੀ ਇੱਕ ਚੀਜ਼ ਇੱਕੋ ਹੀ ਸਟੇਟ ਦੇ ਵਿੱਚ ਐਗਜ਼ਿਸਟ ਕਰ ਸਕਦੀ ਹੈ। ਮਤਲਬ ਇਹਦਾ ਹੈ ਕਿ ਸਾਡੇ ਆਸੇ-ਪਾਸੇ ਅਸੀਂ ਨਾਰਮਲੀ ਜਿਹੜੇ ਪੱਥਰ ਦੇਖਦੇ ਹਾਂ, ਕਦੇ ਇਹ ਨਾ ਸੋਚਿਓ ਕਿ ਸਿਰਫ ਇਹ ਸੋਲਿਡ ਫਾਰਮ 'ਚ ਐਗਜ਼ਿਸਟ ਕਰਦੇ, ਜਾਂ ਜੋ ਲੋਹਾ ਅਸੀਂ ਆਪਣੇ ਆਸੇ-ਪਾਸੇ ਦੇਖਦੇ ਹਾਂ ਕਿ ਇਹ ਸਿਰਫ ਸੋਲਿਡ ਫਾਰਮ 'ਚ ਹੀ ਐਗਜ਼ਿਸਟ ਕਰਦਾ ਹੈ। ਨਹੀਂ, ਕਿਸੇ ਵੀ ਚੀਜ਼ ਦੀ ਕਿਸੇ ਵੀ ਸਟੇਟ ਨੂੰ ਬਦਲਿਆ ਜਾ ਸਕਦਾ ਹੈ। ਕਿਸੇ ਵੀ ਚੀਜ਼ ਦੀ ਕਿਸੇ ਵੀ ਸਟੇਟ ਨੂੰ ਬਦਲਿਆ ਜਾ ਸਕਦਾ ਹੈ। ਤੁਸੀਂ ਪੱਥਰ ਨੂੰ ਵੀ ਪਿਘਲਾ ਸਕਦੇ ਹੋ। ਤੇ ਹਾਂ, ਸਾਡੇ ਕੋਲ ਇਹਦੀ ਐਗਜ਼ਾਮਪਲ ਵੀ ਹੈ। ਜਿਹੜੇ ਸਾਡੇ ਵੋਲਕੈਨੋਸ ਹੈ, ਯਾਨੀ ਕਿ ਜਵਾਲਾਮੁਖੀ ਹੈ, ਉਹ ਜਵਾਲਾਮੁਖੀ ਜਦੋਂ ਫਟਦੇ ਆ ਤਾਂ ਵਿੱਚੋਂ ਨਿਕਲਦਾ ਕੀ ਹੈ? ਲਾਵਾ। ਤੇ ਉਹ ਲਾਵਾ ਹੁੰਦਾ ਕੀ ਹੈ? ਦੈਟ ਇਜ਼ ਮੋਲਟਨ ਰੌਕ। ਉਹ ਪਿਘਲਿਆ ਹੋਇਆ ਪੱਥਰ ਹੀ ਤਾਂ ਹੈ। ਬਿਲਕੁਲ ਉਸੇ ਤਰ੍ਹਾਂ ਜੇ ਮੈਂ ਲੋਹੇ ਦੀ ਗੱਲ ਕਰਾਂ, ਲੋਹੇ ਨੂੰ ਜੇ ਤੁਸੀਂ ਗਰਮ ਕਰੋਗੇ 1539 ਡਿਗਰੀ ਸੈਲਸੀਅਸ ਤੇ ਜਾ ਕੇ ਉਹ ਲੋਹਾ ਵੀ ਲਿਕੁਇਡ ਸਟੇਟ ਦੇ ਵਿੱਚ ਚਲਾ ਜਾਊਗਾ, ਮਤਲਬ ਉਹ ਲੋਹਾ ਵੀ ਮੈਲਟ ਕਰ ਜਾਏਗਾ। ਤਾਂ ਬਹੁਤ ਇੱਕ ਸਿੰਪਲ ਜੀ ਐਗਜ਼ਾਮਪਲ ਸਾਡੀ ਡੇ ਟੂ ਡੇ ਲਾਈਫ ਦੇ ਵਿੱਚ ਹੈ, ਜਿਹਨੂੰ ਅਸੀਂ ਰੋਜ਼ ਯੂਜ਼ ਵੀ ਕਰਦੇ ਹਾਂ ਤੇ ਅਸੀਂ ਉਹਨੂੰ ਤਿੰਨੋਂ ਸਟੇਟਸ ਆਫ ਮੈਟਰ ਦੇ ਵਿੱਚ ਦੇਖਦੇ ਹਾਂ। ਦੈਟ ਇਜ਼ H2O। H2O ਜੇ ਸੋਲਿਡ ਸਟੇਟ ਦੇ ਵਿੱਚ ਹੈ ਤਾਂ ਆਪਾਂ ਉਹਨੂੰ ਬਰਫ਼ ਕਹਿ ਦਿੰਦੇ ਹਾਂ, ਜੇ ਉਹ ਲਿਕੁਇਡ ਸਟੇਟ ਦੇ ਵਿੱਚ ਹੈ ਤਾਂ ਆਪਾਂ ਉਹਨੂੰ ਵਾਟਰ ਕਹਿ ਦਿੰਦੇ ਹਾਂ, ਜੇ ਉਹ ਗੈਸੀਅਸ ਸਟੇਟ ਦੇ ਵਿੱਚ ਹੈ ਤਾਂ ਆਪਾਂ ਉਹਨੂੰ ਸਟੀਮ ਕਹਿ ਦਿੰਦੇ ਹਾਂ। ਤਾਂ ਵਾਟਰ ਇੱਕ ਇਦਾਂ ਦੀ ਐਗਜ਼ਾਮਪਲ, H2O ਇੱਕ ਇਦਾਂ ਦੀ ਐਗਜ਼ਾਮਪਲ ਹੈ, H2O ਇੱਕ ਇਦਾਂ ਦੀ ਐਗਜ਼ਾਮਪਲ ਆ ਜਿਹਨੂੰ ਆਪਾਂ ਸੋਲਿਡ, ਲਿਕੁਇਡ ਤੇ ਗੈਸੀਅਸ ਸਟੇਟ ਤਿੰਨਾਂ ਸਟੇਟਸ ਦੇ ਵਿੱਚ ਆਪਾਂ ਰੋਜ਼ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਦੇਖਦੇ ਹਾਂ। ਤਾਂ ਇਹ ਤੋਂ ਕਨਕਲੂਜਨ ਕੀ ਨਿਕਲ ਕੇ ਆਉਂਦਾ ਹੈ? ਇਹ ਤੋਂ ਸਿੱਟਾ ਕੀ ਨਿਕਲ ਕੇ ਆਉਂਦਾ ਹੈ? ਕਨਕਲੂਜਨ ਇਹ ਆਉਂਦਾ ਹੈ ਕਿ ਮੈਟਰ ਨੂੰ ਕਿਸੇ ਵੀ ਸਟੇਟ ਦੇ ਵਿੱਚ ਬਦਲਿਆ ਜਾ ਸਕਦਾ। ਮਤਲਬ ਮੈਟਰ ਨੂੰ ਸੋਲਿਡ ਤੋਂ ਲਿਕੁਇਡ, ਲਿਕੁਇਡ ਤੋਂ ਗੈਸਸ ਲੈ ਕੇ ਜਾਇਆ ਜਾ ਸਕਦਾ ਹੈ, ਜਾਂ ਗੈਸਸ ਤੋਂ ਲਿਕੁਇਡ ਤੇ ਲਿਕੁਇਡ ਤੋਂ ਸੋਲਿਡ ਵੀ ਆਪਾਂ ਲੈ ਕੇ ਆ ਸਕਦੇ ਹਾਂ। ਬਟ ਇਹ ਹੁੰਦਾ ਕਿਵੇਂ? ਤਾਂ ਬਹੁਤ ਸਿੰਪਲ ਜੀ ਚੀਜ਼ ਅਸੀਂ ਇਹਨਾਂ ਸਾਰੀਆਂ ਐਗਜ਼ਾਮਪਲਸ ਦੇ ਵਿੱਚ ਦੇਖੀ ਕਿ ਜਦੋਂ ਇੱਕ ਸੋਲਿਡ ਨੂੰ ਗਰਮ ਕੀਤਾ ਜਾਂਦਾ ਤਾਂ ਉਹ ਲਿਕੁਇਡ ਸਟੇਟ ਦੇ ਵਿੱਚ ਚਲਾ ਜਾਂਦਾ, ਤੇ ਜੇ ਲਿਕੁਇਡ ਨੂੰ ਹੋਰ ਗਰਮ ਕੀਤਾ ਜਾਊਗਾ ਤਾਂ ਉਹ ਗੈਸੀਅਸ ਸਟੇਟ ਦੇ ਵਿੱਚ ਚਲਾ ਜਾਊਗਾ। ਮਤਲਬ ਤੁਸੀਂ ਹੀਟ ਜੇ ਦਿੰਦੇ ਜਾਓਗੇ ਤਾਂ ਉਹ ਸਟੇਟ ਆਫ ਮੈਟਰ ਚੇਂਜ ਹੁੰਦੀ ਜਾਏਗੀ, ਫਰੋਮ ਸੋਲਿਡ ਟੂ ਲਿਕੁਇਡ ਐਂਡ ਦੈਨ ਲਿਕੁਇਡ ਟੂ ਗੈਸ। ਉਲਟਾ ਵੀ ਪੋਸੀਬਲ ਹੈ। ਉਲਟਾ ਕਿੱਦਾਂ ਪੋਸੀਬਲ ਹੈ? ਤੁਸੀਂ ਗੈਸਸ ਦੇ ਵਿੱਚੋਂ ਹੀਟ ਬਾਹਰ ਕੱਢ ਲਓ, ਮਤਲਬ ਉਹਨਾਂ ਗੈਸਸ ਨੂੰ ਠੰਡਾ ਕਰ ਦਿਓ ਤਾਂ ਉਹ ਲਿਕੁਇਡ ਸਟੇਟ ਚ ਆ ਜਾਣਗੀਆਂ।
ਲਿਕੁਇਡਸ ਦੇ ਵਿੱਚੋਂ ਹੋਰ ਹੀਟ ਨੂੰ ਬਾਹਰ ਕੱਢ ਲਓਗੇ ਤਾਂ ਉਹ ਲਿਕੁਇਡ ਸੋਲਿਡ ਫਾਰਮ ਦੇ ਵਿੱਚ ਕਨਵਰਟ ਹੋ ਜਾਏਗਾ। ਤਾਂ ਇਟ ਆਲ ਡਿਪੈਂਡਸ ਅਪਨ ਹੀਟਿੰਗ ਕਿ ਤੁਸੀਂ ਕਿੰਨਾ ਹੀਟ ਕਰਦੇ ਹੋ। ਤੇ ਹਾਂ ਬਿਲਕੁਲ ਹਰ ਇੱਕ ਸੋਲਿਡ ਨੂੰ ਲਿਕੁਇਡ ਦੇ ਵਿੱਚ ਤੇ ਲਿਕੁਇਡ ਨੂੰ ਗੈਸਸ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ। ਦਿਸ ਵਾਸ ਆਲ ਅਬਾਊਟ ਮੈਟਰ। ਇਹ ਸਾਰੀਆਂ ਚੀਜ਼ਾਂ ਆਪਾਂ ਜੋ ਡਿਸਕਸ ਕੀਤੀਆਂ ਇਹ ਮੈਟਰ ਦੇ ਬਾਰੇ ਸੀਗੀਆਂ। ਤਾਂ ਸਮਰੀ ਕੀ ਬਣਦੀ ਹੈ? ਮੈਟਰ ਹੁੰਦਾ ਕੀ ਹੈ? ਮੈਟਰ ਇਜ਼ ਐਨੀਥਿੰਗ that has some mass and occupies some space. ਮੈਟਰ ਕਿਹੜੀ ਸਟੇਟ ਦੇ ਵਿੱਚ ਐਗਜ਼ਿਸਟ ਕਰਦਾ ਹੈ? ਮੈਟਰ 3 ਸਟੇਟਸ ਦੇ ਵਿੱਚ ਐਗਜ਼ਿਸਟ ਕਰਦਾ ਹੈ, that is solids, liquids and gases. ਇਹਨਾਂ ਤਿੰਨਾਂ ਸਟੇਟਸ ਦੇ ਵਿੱਚੋਂ ਕਿਹੜੀਆਂ ਸਟੇਟਸ ਹੈ ਜਿਨ੍ਹਾਂ ਨੂੰ ਫਲੂਇਡਸ ਕਿਹਾ ਜਾ ਸਕਦਾ ਹੈ? ਲਿਕੁਇਡਸ ਤੇ ਗੈਸਸ ਨੂੰ ਫਲੂਇਡਸ ਕਿਹਾ ਜਾ ਸਕਦਾ ਹੈ। ਕਿਉਂ ਆਪਾਂ ਲਿਕੁਇਡਸ ਤੇ ਗੈਸਸ ਨੂੰ ਫਲੂਇਡਸ ਕਹਿ ਸਕਦੇ ਹਾਂ? ਕਿਉਂਕਿ ਲਿਕੁਇਡਸ ਤੇ ਗੈਸਸ ਫਲੋ ਕਰਦੇ ਆ, ਇਸ ਕਰਕੇ ਉਹਨਾਂ ਨੂੰ ਫਲੂਇਡ ਕਿਹਾ ਜਾ ਸਕਦਾ ਹੈ। ਕਿ ਕੋਈ ਪਾਰਟਿਕੂਲਰ ਮੈਟਰ ਇੱਕੋ ਹੀ ਸਟੇਟ ਦੇ ਵਿੱਚ ਐਗਜ਼ਿਸਟ ਕਰ ਸਕਦਾ ਹੈ? ਨਹੀਂ, ਮੈਟਰ ਅਲੱਗ-ਅਲੱਗ ਸਟੇਟਸ ਦੇ ਵਿੱਚ ਐਗਜ਼ਿਸਟ ਕਰ ਸਕਦਾ ਹੈ। ਤੇ ਅਸੀਂ ਵਾਟਰ ਦੀ ਐਗਜ਼ਾਮਪਲ H2O ਦੀ ਐਗਜ਼ਾਮਪਲ ਲਈ ਸੀ। H2O ਸੋਲਿਡ ਫਾਰਮ ਦੇ ਵਿੱਚ ਜੇ ਦੇਖੀਏ ਤਾਂ ਆਈਸ ਹੈ, ਲਿਕੁਇਡ ਫਾਰਮ 'ਚ ਦੇਖੀਏ ਤਾਂ ਉਹ ਵਾਟਰ ਹੈ, ਤੇ ਜੇ ਆਪਾਂ ਉਹਨੂੰ ਗੈਸੀਅਸ ਫਾਰਮ ਦੇ ਵਿੱਚ ਦੇਖੀਏ ਤਾਂ ਉਹ ਸਟੀਮ ਹੈ। ਆਪਾਂ ਮੈਟਰ ਦੀ ਕਿਸੇ ਵੀ ਸਟੇਟ ਨੂੰ ਚੇਂਜ ਕਿੱਦਾਂ ਕਰ ਸਕਦੇ ਹਾਂ? by the application of heat. ਜੇ ਅਸੀਂ ਸੋਲਿਡ ਨੂੰ ਹੀਟ ਦਵਾਂਗੇ ਉਹ ਲਿਕੁਇਡ 'ਚ ਕਨਵਰਟ ਹੋ ਜਾਏਗਾ। ਜੇ ਲਿਕੁਇਡ ਦੇ ਅੰਦਰ ਹੋਰ ਹੀਟ ਪਾਵਾਂਗੇ ਤਾਂ ਉਹ ਗੈਸੀਅਸ ਸਟੇਟ 'ਚ ਚਲੀ ਜਾਏਗੀ। ਜੇ ਅਸੀਂ ਗੈਸਸ ਦੇ ਵਿੱਚੋਂ ਹੀਟ ਬਾਹਰ ਕੱਢ ਲਾਂਗੇ ਤਾਂ ਉਹ ਲਿਕੁਇਡ ਸਟੇਟ 'ਚ ਆ ਜਾਊਗੀ, ਤੇ ਜੇ ਅਸੀਂ ਲਿਕੁਇਡ ਦੇ ਵਿੱਚੋਂ ਹੋਰ ਹੀਟ ਬਾਹਰ ਕੱਢ ਲਾਂਗੇ ਤਾਂ ਵਾਪਸ ਸੋਲਿਡ ਸਟੇਟ ਦੇ ਵਿੱਚ ਚਲਾ ਜਾਏਗਾ। ਸੋ ਦਿਸ ਵਾਸ ਆਲ ਅਬਾਊਟ ਮੈਟਰ। ਤਾਂ ਹੁਣ ਆਪਾਂ ਡਿਸਕਸ ਕਰਾਂਗੇ that what is material, ਕਿ ਆਪਾਂ ਮਟੀਰੀਅਲ ਕਿਹਨੂੰ ਕਹਿ ਸਕਦੇ ਹਾਂ? ਕਿਉਂਕਿ ਯਾਰ ਮੈਟਰ ਤਾਂ ਹਰ ਇੱਕ ਚੀਜ਼ ਨੂੰ ਕਿਹਾ ਜਾ ਸਕਦਾ ਹੈ, ਬਟ ਕੀ ਹਰ ਇੱਕ ਚੀਜ਼ ਨੂੰ ਆਪਾਂ ਮਟੀਰੀਅਲ ਕਹਿ ਸਕਦੇ ਹਾਂ? ਨਹੀਂ, ਇਦਾਂ ਬਿਲਕੁਲ ਨਹੀਂ। ਤਾਂ ਫਿਰ ਮਟੀਰੀਅਲ ਕਿਹਨੂੰ ਕਹਾਂਗੇ ਅਸੀਂ? ਬਿਲਕੁਲ ਧਿਆਨ ਨਾਲ ਇਸ ਕਨਸੈਪਟ ਨੂੰ ਸਮਝਣਾ। ਜਿਹੜਾ ਮੈਟਰ ਸਾਡੇ ਕਿਸੇ ਕੰਮ ਆ ਸਕਦਾ ਹੈ ਤੇ ਅਸੀਂ ਉਹਦੀ ਹੈਲਪ ਨਾਲ ਕੁਝ ਬਣਾ ਸਕਦੇ ਹਾਂ, ਆਪਾਂ ਉਸ ਮੈਟਰ ਨੂੰ ਮਟੀਰੀਅਲ ਕਹਾਂਗੇ। ਮੈਂ ਰਿਪੀਟ ਕਰ ਰਿਹਾ, ਜਿਹੜਾ ਮੈਟਰ ਸਾਡੇ ਕਿਸੇ ਕੰਮ ਆ ਸਕਦਾ ਤੇ ਅਸੀਂ ਉਸ ਮੈਟਰ ਦੀ ਹੈਲਪ ਨਾਲ ਜੇ ਕੁਝ ਬਣਾ ਸਕਦੇ ਹਾਂ ਤਾਂ ਅਸੀਂ ਉਸ ਮੈਟਰ ਨੂੰ ਮਟੀਰੀਅਲ ਕਹਾਂਗੇ। ਤਾਂ ਮਟੀਰੀਅਲ ਕਿਹੜੇ ਮੈਟਰ ਨੂੰ ਕਿਹਾ ਜਾਊਗਾ? ਜਿਹੜਾ ਮੈਟਰ ਕਿਸੇ ਪ੍ਰੈਕਟੀਕਲ ਐਪਲੀਕੇਸ਼ਨ ਲਈ ਯੂਜ਼ ਕੀਤਾ ਜਾ ਸਕਦਾ। ਹੁਣ ਆਪਾਂ ਮਟੀਰੀਅਲ ਤੇ ਮੈਟਰ ਦੇ ਵਿੱਚ ਜੋ ਡਿਫਰੈਂਸ ਹੈ ਉਹਨੂੰ ਇੱਕ ਐਗਜ਼ਾਮਪਲ ਦੇ ਨਾਲ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਉਹ ਐਗਜ਼ਾਮਪਲ ਹੈ ਆਇਰਨ ਦੀ, ਯਾਨੀ ਕਿ ਲੋਹੇ ਦੀ। ਕਿਉਂਕਿ ਲੋਹਾ ਜੇ ਆਪਾਂ ਆਪਣੇ ਆਸੇ-ਪਾਸੇ ਦੇਖੀਏ ਤਾਂ ਤਕਰੀਬਨ ਹਰ ਐਪਲੀਕੇਸ਼ਨ ਦੇ ਵਿੱਚ ਤੁਹਾਨੂੰ ਲੋਹੇ ਦਾ ਯੂਜ਼ ਜ਼ਰੂਰ ਮਿਲੇਗਾ। ਜੇ ਤੁਸੀਂ ਆਪਣੇ ਘਰ ਦੀਆਂ ਕੰਧਾਂ ਵਿੱਚ ਦੇਖੋ ਤਾਂ ਤੁਹਾਡੇ ਘਰ ਦੇ ਕੰਧਾਂ ਦੇ ਵਿੱਚ ਸਰੀਆ ਹੈ। ਉਹ ਸਰੀਆ ਕਿਹਦੇ ਤੋਂ ਬਣਿਆ? ਸਟੀਲ ਤੋਂ ਬਣਿਆ। ਤੁਹਾਡੇ ਘਰ ਦੀ ਜਿਹੜੀ ਛੱਤ ਹੈ ਉਹਦੇ ਵਿੱਚ ਵੀ ਸਰੀਆ ਹੈ। ਉਹ ਸਰੀਆ ਕਿਹਦੇ ਤੋਂ ਬਣਿਆ? ਸਟੀਲ ਤੋਂ ਬਣਿਆ। ਜਿੰਨੀਆਂ ਵੀ ਬਿਲਡਿੰਗਸ ਜਾਂ ਜਿੰਨੇ ਵੀ ਸਟਰਕਚਰਸ ਆਪਾਂ ਆਪਣੇ ਆਸੇ-ਪਾਸੇ ਦੇਖਦੇ ਹਾਂ ਉਹਨਾਂ ਦੇ ਵਿੱਚ ਆਇਰਨ ਦਾ ਬਹੁਤ ਜ਼ਿਆਦਾ ਯੂਜ਼ ਹੁੰਦਾ। ਜੇ ਮੈਂ ਰੇਲਵੇ ਲਾਈਨਸ ਦੀ ਗੱਲ ਕਰਾਂ, ਰੇਲਵੇ ਲਾਈਨਸ ਵੀ ਕਿਹਦੇ ਤੋਂ ਬਣਦੀਆਂ? ਆਇਰਨ ਤੋਂ ਬਣਦੀਆਂ ਜਾਂ ਸਟੀਲ ਤੋਂ ਬਣਦੀਆਂ। ਤੇ ਸਟੀਲ ਕਿਹਦੇ ਤੋਂ ਬਣਦਾ? ਆਇਰਨ ਤੋਂ ਬਣਦਾ। ਤਾਂ ਆਇਰਨ ਜੋ ਆਪਣੇ ਆਸੇ-ਪਾਸੇ ਤਕਰੀਬਨ ਹਰ ਇੱਕ ਐਪਲੀਕੇਸ਼ਨ ਦੇ ਵਿੱਚ ਯੂਜ਼ ਹੋ ਰਿਹਾ ਹੈ, ਇਹ ਆਇਰਨ ਜਿਹਨੂੰ ਆਪਾਂ ਐਜ਼ ਅ ਮਟੀਰੀਅਲ ਤਕਰੀਬਨ ਹਰ ਐਪਲੀਕੇਸ਼ਨ ਦੇ ਵਿੱਚ ਯੂਜ਼ ਕਰਦੇ ਹਾਂ, ਇਹ ਆਇਰਨ ਦਾ ਸਫ਼ਰ ਸ਼ੁਰੂ ਕਿੱਥੋਂ ਹੁੰਦਾ? ਮਤਲਬ ਇਹ ਆਇਰਨ ਆਪਾਂ ਨੂੰ ਮਿਲਿਆ ਕਿੱਥੋਂ? ਇਹ ਆਇਰਨ ਆਪਾਂ ਨੂੰ ਨੇਚਰ ਤੋਂ ਮਿਲਿਆ, ਕੁਦਰਤ ਤੋਂ ਮਿਲਿਆ। ਬਟ ਆਇਰਨ ਕਦੇ ਵੀ ਨੇਚਰ ਦੇ ਵਿੱਚ ਪਿਓਰ ਫਾਰਮ ਦੇ ਵਿੱਚ ਐਗਜ਼ਿਸਟ ਨਹੀਂ ਕਰਦਾ। ਆਇਰਨ ਹਮੇਸ਼ਾ ਆਇਰਨ ਓਰਸ ਦੀਆਂ ਫਾਰਮ ਵਿੱਚ ਐਗਜ਼ਿਸਟ ਕਰਦਾ ਹੈ। ਹੁਣ ਆਇਰਨ ਓਰਸ ਕੀ ਹੈ? ਆਇਰਨ ਆਪਾਂ ਨੂੰ ਇਸ ਅਰਥ ਦੇ ਵਿੱਚ ਕੁਝ ਇੰਪਿਉਰਿਟੀਜ਼ ਦੇ ਨਾਲ ਮਿਲਦਾ, ਕੁਝ ਇੰਪਿਉਰਿਟੀਜ਼ ਦੇ ਨਾਲ ਮਿਕਸਡ ਹੁੰਦਾ, ਤੇ ਉਹ ਆਇਰਨ ਤੇ ਉਹ ਇੰਪਿਉਰਿਟੀਜ਼ ਨੂੰ ਮਿਲਾ ਕੇ ਬਣਦਾ ਆਇਰਨ ਓਰ। ਤੇ ਇਹ ਆਇਰਨ ਓਰ ਦੀਆਂ ਜਿਹੜੀਆਂ ਮਾਈਨਸ ਹੁੰਦੀਆਂ, ਜਿਹੜੀਆਂ ਖਦਾਨਾਂ ਹੁੰਦੀਆਂ, ਉੱਥੇ ਜਾ ਕੇ ਆਪਾਂ ਮਾਈਨਿੰਗ ਕਰਦੇ ਹਾਂ ਤੇ ਮਾਈਨਿੰਗ ਕਰਕੇ ਆਪਾਂ ਆਇਰਨ ਓਰ ਨੂੰ ਐਕਸਟ੍ਰੈਕਟ ਕਰ ਲੈਂਦੇ ਆ, ਆਇਰਨ ਓਰ ਨੂੰ ਉੱਥੋਂ ਇਕੱਠਾ ਕਰ ਲੈਂਦੇ ਆ। ਤੇ ਫਿਰ ਆਪਾਂ ਉਸ ਆਇਰਨ ਓਰ ਨੂੰ ਲੈ ਕੇ ਜਾਂਦੇ ਆ ਸਟੀਲ ਪ੍ਰੋਸੈਸਿੰਗ ਇੰਡਸਟਰੀਜ਼ ਦੇ ਵਿੱਚ ਜਾਂ ਪ੍ਰੋਸੈਸਿੰਗ ਇੰਡਸਟਰੀਜ਼ ਦੇ ਵਿੱਚ, ਜਿੱਥੇ ਆਪਾਂ ਆਇਰਨ ਓਰ ਦੇ ਵਿੱਚੋਂ ਇੰਪਿਉਰਿਟੀਜ਼ ਨੂੰ ਅਲੱਗ ਕਰ ਦਿੰਦੇ ਆ ਤੇ ਆਇਰਨ ਨੂੰ ਅਲੱਗ ਕਰ ਦਿੰਦੇ ਆ। ਹੁਣ ਜੋ ਪਿਓਰ ਫਾਰਮ ਆਫ ਆਇਰਨ ਆਪਣੇ ਕੋਲ ਬਚਿਆ, ਇਸ ਆਇਰਨ ਤੋਂ ਹੀ ਆਪਾਂ ਅੱਗੇ ਬਹੁਤ ਤਰ੍ਹਾਂ ਦੇ ਅਲੋਇਜ਼ ਬਣਾ ਸਕਦੇ ਹਾਂ, ਜਿੱਦਾਂ ਕਿ ਸਟੀਲ ਬਣਾ ਸਕਦੇ ਹੋ, ਸਟੇਨਲੈਸ ਸਟੀਲ ਬਣਾ ਸਕਦੇ ਹੋ, ਹਾਈ ਸਪੀਡ ਸਟੀਲਸ ਬਣਾ ਸਕਦੇ ਹੋ, ਲੋ ਕਾਰਬਨ ਸਟੀਲਸ ਬਣਾ ਸਕਦੇ ਹੋ, ਮੀਡੀਅਮ ਕਾਰਬਨ ਸਟੀਲਸ ਬਣਾ ਸਕਦੇ ਹੋ, ਹਾਈ ਕਾਰਬਨ ਸਟੀਲਸ ਬਣਾ ਸਕਦੇ ਹੋ। ਤਾਂ ਬਹੁਤ ਸਾਰੀਆਂ ਐਪਲੀਕੇਸ਼ਨਸ ਹੁੰਦੀਆਂ ਇਹਨਾਂ ਸਾਰੇ ਤਰ੍ਹਾਂ ਦੀਆਂ ਸਟੀਲਸ ਦੀਆਂ।
ਤਾਂ ਹੁਣ ਜੇ ਆਪਾਂ ਇਸ ਐਗਜ਼ਾਮਪਲ ਦੇ ਵਿੱਚ ਆਪਾਂ ਇਹ ਦੇਖਣਾ ਹੈ ਕਿ ਯਾਰ ਮੈਟਰ ਕੀ ਸੀ ਤੇ ਮਟੀਰੀਅਲ ਕੀ ਹੈ। ਮੈਟਰ ਕੀ ਸੀ ਤੇ ਮਟੀਰੀਅਲ ਕੀ ਹੈ। ਆਇਰਨ ਔਰ ਤੋਂ ਬਣਿਆ ਆਇਰਨ, ਪਰ ਜੇ ਆਪਾਂ ਇਹਨਾਂ ਦੋਵਾਂ ਨੂੰ ਦੇਖੀਏ, ਆਇਰਨ ਔਰ ਸਾਡੇ ਕਿਸੇ ਕੰਮ ਦਾ ਨਹੀਂ ਹੈ। ਇੱਕ ਨਾਰਮਲ ਇਨਸਾਨ ਕੀ ਦੇਖੇਗਾ, ਜਸਟ ਮਿੱਟੀ ਦਾ ਪਹਾੜ ਦੇਖੇਗਾ, ਬਟ ਇੱਕ ਇੰਜੀਨੀਅਰ ਨੂੰ ਜਾਂ ਇੱਕ ਸਾਇੰਟਿਸਟ ਨੂੰ ਕੀ ਦੇਖਦਾ ਉਹਦੇ ਵਿੱਚ, ਉਹਨੂੰ ਪਤਾ ਹੈ ਕਿ ਯਾਰ ਇਸ ਪਹਾੜ ਦੇ ਵਿੱਚ ਆਇਰਨ ਔਰ ਹੈ ਜਿਹਦੇ ਤੋਂ ਲੋਹਾ ਬਣਾਇਆ ਜਾ ਸਕਦਾ ਹੈ, ਤੇ ਫਾਈਨਲੀ ਉਸ ਲੋਹੇ ਨੂੰ ਯੂਜ਼ ਕਰਕੇ ਆਪਾਂ ਫਰਦਰ ਅੱਗੇ ਬਹੁਤ ਸਾਰੀਆਂ ਐਪਲੀਕੇਸ਼ਨਸ ਦੇ ਵਿੱਚ ਉਸ ਲੋਹੇ ਦਾ ਯੂਜ਼ ਕਰ ਸਕਦੇ ਹਾਂ। ਮਤਲਬ ਸਾਡੀ ਇਸ ਐਗਜ਼ਾਮਪਲ ਦੇ ਵਿੱਚ ਜਿਹੜਾ ਆਇਰਨ ਔਰ ਹੈ ਉਹ ਜਸਟ ਇੱਕ ਫਾਰਮ ਆਫ ਮੈਟਰ ਹੈ, ਬਟ ਇਸ ਆਇਰਨ ਔਰ ਦੇ ਵਿੱਚੋਂ ਜਦੋਂ ਇੰਪਿਉਰਿਟੀਜ਼ ਨੂੰ ਅਲੱਗ ਕਰਕੇ ਆਪਾਂ ਪਿਓਰ ਫਾਰਮ ਆਫ ਆਇਰਨ ਜਿਹੜਾ ਲੈ ਕੇ ਆਉਨੇ ਆ, ਇਸ ਪਿਓਰ ਫਾਰਮ ਆਫ ਆਇਰਨ ਨੂੰ ਫਰਦਰ ਅੱਗੇ ਬਹੁਤ ਸਾਰੀਆਂ ਐਪਲੀਕੇਸ਼ਨਸ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਹੈ। ਇਸ ਕਰਕੇ ਇਹ ਆਇਰਨ ਜੋ ਆਪਾਂ ਆਇਰਨ ਔਰ ਤੋਂ ਅਲੱਗ ਕੀਤਾ ਹੈ, ਇਹ ਆਇਰਨ ਆਪਣੇ ਲਈ ਇੱਕ ਮਟੀਰੀਅਲ ਹੈ। ਤਾਂ ਇਸ ਐਗਜ਼ਾਮਪਲ ਦੇ ਵਿੱਚ ਆਇਰਨ ਔਰ ਕੀ ਸੀ? ਆਇਰਨ ਔਰ ਮੈਟਰ ਹੈ, ਜਸਟ ਮੈਟਰ ਹੈ। ਬਟ ਇਸ ਆਇਰਨ ਔਰ ਦੇ ਵਿੱਚੋਂ ਜਦੋਂ ਆਇਰਨ ਨੂੰ ਅਲੱਗ ਕਰ ਲਿਆ ਤਾਂ ਇਹ ਜਿਹੜਾ ਆਇਰਨ ਹੈ ਇਹਨੂੰ ਅਸੀਂ ਅੱਗੇ ਕਾਫੀ ਐਪਲੀਕੇਸ਼ਨਸ ਦੇ ਵਿੱਚ ਕਿਉਂਕਿ ਯੂਜ਼ ਕਰ ਸਕਦੇ ਹਾਂ, ਤਾਂ ਇਹ ਆਇਰਨ ਸਾਡੇ ਲਈ ਐਜ਼ ਅ ਮਟੀਰੀਅਲ ਕੰਮ ਕਰੇਗਾ ਅਲੱਗ-ਅਲੱਗ ਐਪਲੀਕੇਸ਼ਨਸ ਦੇ ਵਿੱਚ। ਤਾਂ ਇਹ ਬਿਲਕੁਲ ਬੇਸਿਕ ਜਿਹਾ ਡਿਫਰੈਂਸ ਹੈ ਮੈਟਰ ਤੇ ਮਟੀਰੀਅਲ ਦੇ ਵਿੱਚ। ਮੈਟਰ ਕੀ ਹੈ? ਹਰ ਉਹ ਚੀਜ਼ ਜੋ ਸਾਡੇ ਆਸੇ-ਪਾਸੇ ਹੈ ਉਹ ਮੈਟਰ ਹੈ, ਬਟ ਮਟੀਰੀਅਲ ਕੀ ਹੈ? ਸਿਰਫ ਉਹ ਮੈਟਰ ਜਿਹਨੂੰ ਅਸੀਂ ਅੱਗੇ ਕਿਤੇ ਯੂਜ਼ ਕਰ ਸਕਦੇ ਹਾਂ ਉਹ ਸਾਡੇ ਲਈ ਮਟੀਰੀਅਲ ਹੈ। तो this was the basic difference between matter and material। ਤੇ ਹੁਣ ਤੱਕ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ ਯਾਰ ਆਪਾਂ ਮਟੀਰੀਅਲ ਕਿਹਨੂੰ ਕਹਿਣਾ ਹੈ। ਮਟੀਰੀਅਲ ਆਪਣੇ ਲਈ ਉਹੀ ਹੈ ਜਿਹਨੂੰ ਆਪਾਂ ਅੱਗੇ ਯੂਜ਼ ਕਰ ਸਕਦੇ ਹਾਂ ਅਲੱਗ-ਅਲੱਗ ਐਪਲੀਕੇਸ਼ਨਸ ਦੇ ਵਿੱਚ। ਹੁਣ ਜਿੱਦਾਂ ਮੈਟਰ ਤਿੰਨ ਸਟੇਟਸ ਦੇ ਵਿੱਚ ਐਗਜ਼ਿਸਟ ਕਰਦਾ ਹੈ, ਸੋਲਿਡਸ, ਲਿਕੁਇਡਸ ਐਂਡ ਗੈਸਸ, ਬਿਲਕੁਲ ਉਸੇ ਤਰ੍ਹਾਂ ਮਟੀਰੀਅਲਸ ਵੀ ਤਿੰਨੋਂ ਸਟੇਟਸ ਦੇ ਵਿੱਚ ਐਗਜ਼ਿਸਟ ਕਰਦੇ ਹੈ, ਸੋਲਿਡਸ, ਲਿਕੁਇਡਸ ਐਂਡ ਗੈਸਸ। ਹੁਣ ਆਪਾਂ ਆਇਰਨ ਦੀ ਗੱਲ ਕੀਤੀ, ਆਇਰਨ ਸੋਲਿਡ ਸਟੇਟ ਦੇ ਵਿੱਚ ਐਗਜ਼ਿਸਟ ਕਰਦਾ ਹੈ, ਬਟ ਆਪਣੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਇਦਾਂ ਦੀਆਂ ਵੀ ਹੈ ਜਿਹਦੇ ਵਿੱਚ ਆਪਣੇ ਮਟੀਰੀਅਲਸ ਲਿਕੁਇਡ ਤੇ ਗੈਸੀਅਸ ਸਟੇਟ ਦੇ ਵਿੱਚ ਐਗਜ਼ਿਸਟ ਕਰਦੇ ਹੈ। ਆਪਣੇ ਕੋਲ ਇੱਕ ਬਹੁਤ ਹੀ ਸਿੰਪਲ ਜੀ ਐਗਜ਼ਾਮਪਲ ਹੈ ਇੱਕ ਕਾਰ ਦੇ ਬ੍ਰੇਕਿੰਗ ਸਿਸਟਮ ਦੀ। ਬੱਚੋ ਜਿਹੜਾ ਕਾਰ ਦਾ ਬ੍ਰੇਕਿੰਗ ਸਿਸਟਮ ਹੈ ਉਹ ਜ਼ਿਆਦਾਤਰ ਹਾਈਡ੍ਰੋਲਿਕ ਬ੍ਰੇਕਿੰਗ ਸਿਸਟਮ ਹੁੰਦਾ ਹੈ। ਹਾਈਡਰੋ ਦਾ ਮਤਲਬ ਹੁੰਦਾ ਵਾਟਰ। ਹਾਈਡ੍ਰੋਲਿਕ ਬ੍ਰੇਕਿੰਗ ਸਿਸਟਮ ਦੇ ਵਿੱਚ ਆਪਾਂ ਬ੍ਰੇਕਿੰਗ ਫਲੂਇਡ ਦਾ ਯੂਜ਼ ਕਰਦੇ ਹਾਂ ਤੇ ਉਹ ਬ੍ਰੇਕਿੰਗ ਫਲੂਇਡ ਲਿਕੁਇਡ ਸਟੇਟ ਦੇ ਵਿੱਚ ਹੁੰਦਾ, ਕਿਉਂਕਿ ਉਹ ਬ੍ਰੇਕਿੰਗ ਫਲੂਇਡ ਉਸ ਬ੍ਰੇਕਿੰਗ ਸਿਸਟਮ ਦੇ ਵਿੱਚ ਆਪਣੇ ਕੰਮ ਆ ਰਿਹਾ, ਤਾਂ ਮਤਲਬ ਉਹ ਬ੍ਰੇਕਿੰਗ ਫਲੂਇਡ ਆਪਣੇ ਲਈ ਇੱਕ ਮਟੀਰੀਅਲ ਹੈ ਤੇ ਉਹ ਮਟੀਰੀਅਲ ਲਿਕੁਇਡ ਸਟੇਟ ਦੇ ਵਿੱਚ ਐਗਜ਼ਿਸਟ ਕਰਦਾ ਹੈ। ਤਾਂ ਇਸ ਐਗਜ਼ਾਮਪਲ ਦੇ ਵਿੱਚ ਜਿਹੜਾ ਬ੍ਰੇਕਿੰਗ ਫਲੂਇਡ ਹੈ ਉਹ ਇੱਕ ਮਟੀਰੀਅਲ ਦੀ ਤਰ੍ਹਾਂ ਐਕਟ ਕਰ ਰਿਹਾ ਹੈ ਤੇ ਉਹ ਬ੍ਰੇਕਿੰਗ ਫਲੂਇਡ ਲਿਕੁਇਡ ਸਟੇਟ ਦੇ ਵਿੱਚ। ਇਦਾਂ ਹੀ ਜੇ ਆਪਾਂ ਹੈਵੀ ਵਹੀਕਲਸ ਦੇ ਬ੍ਰੇਕਿੰਗ ਸਿਸਟਮ ਦੀ ਗੱਲ ਕਰੀਏ, ਫॉर ਐਗਜ਼ਾਮਪਲ ਟਰੱਕਸ ਦਾ ਜਿਹੜਾ ਬ੍ਰੇਕਿੰਗ ਸਿਸਟਮ ਹੈ ਉਹ ਨਿਊਮੈਟਿਕ ਬ੍ਰੇਕਿੰਗ ਸਿਸਟਮ ਹੁੰਦਾ। ਨਿਊਮੈਟਿਕ ਬ੍ਰੇਕਿੰਗ ਸਿਸਟਮ ਦੇ ਵਿੱਚ ਆਪਾਂ 에ਅਰ ਨੂੰ ਯੂਜ਼ ਕਰਦੇ ਹਾਂ ਐਜ਼ ਅ ਬ੍ਰੇਕਿੰਗ ਫਲੂਇਡ। ਹੁਣ 에ਅਰ ਨੂੰ ਕਿਉਂਕਿ ਆਪਾਂ ਨਿਊਮੈਟਿਕ ਬ੍ਰੇਕਿੰਗ ਸਿਸਟਮ ਦੇ ਵਿੱਚ ਯੂਜ਼ ਕਰ ਰਹੇ ਹਾਂ, ਤਾਂ ਇਸ ਐਗਜ਼ਾਮਪਲ ਦੇ ਵਿੱਚ 에ਅਰ ਵੀ ਆਪਣੇ ਲਈ ਇੱਕ ਮਟੀਰੀਅਲ ਦੀ ਤਰ੍ਹਾਂ ਐਕਟ ਕਰ ਰਹੀ ਹੈ ਤੇ ਉਹ 에ਅਰ ਕਿਸ ਸਟੇਟ ਦੇ ਵਿੱਚ ਐਗਜ਼ਿਸਟ ਕਰਦੀ ਹੈ? ਗੈਸੀਅਸ ਸਟੇਟ ਦੇ ਵਿੱਚ ਐਗਜ਼ਿਸਟ ਕਰਦੀ ਹੈ। ਤਾਂ ਮਟੀਰੀਅਲਸ ਯਾਦ ਰੱਖਣਾ ਹੈ ਉਹ ਸੋਲਿਡ ਸਟੇਟ ਦੇ ਵਿੱਚ ਵੀ ਹੋ ਸਕਦੇ ਆ, ਉਹ ਲਿਕੁਇਡ ਸਟੇਟ ਦੇ ਵਿੱਚ ਵੀ ਹੋ ਸਕਦੇ ਆ, ਉਹ ਗੈਸੀਅਸ ਸਟੇਟ ਦੇ ਵਿੱਚ ਵੀ ਹੋ ਸਕਦੇ ਆ। ਬਟ ਆਪਾਂ ਯਾਦ ਰੱਖਿਓ ਇਸ ਪੂਰੇ ਸਬਜੈਕਟ ਦੇ ਵਿੱਚ ਕਿਸੇ ਇੱਕ ਸਿੰਗਲ ਟੌਪਿਕ ਦੇ ਵਿੱਚ ਵੀ ਆਪਾਂ ਲਿਕੁਇਡਸ ਤੇ ਗੈਸਸ ਨੂੰ ਡਿਸਕਸ ਨਹੀਂ ਕਰਨਾ। ਇਹ ਪੂਰਾ ਸਬਜੈਕਟ ਸਿਰਫ ਤੇ ਸਿਰਫ ਸੋਲਿਡਸ ਦੇ ਨਾਲ ਡੀਲ ਕਰਦਾ ਹੈ। ਤਾਂ ਇਸ ਪੂਰੇ ਦੇ ਪੂਰੇ ਸਬਜੈਕਟ ਦੇ ਵਿੱਚ ਆਪਾਂ ਕਿਹੜੇ ਮਟੀਰੀਅਲਸ ਨੂੰ ਡਿਸਕਸ ਕਰਨਾ ਹੈ? ਆਪਾਂ ਸੋਲਿਡ ਮਟੀਰੀਅਲਸ ਨੂੰ ਡਿਸਕਸ ਕਰਾਂਗੇ। ਇਸੇ ਕਰਕੇ ਜਿਹੜੇ 5 ਵਰਡਸ ਆਪਾਂ ਸਟਾਰਟਿੰਗ ਦੇ ਵਿੱਚ ਚੂਜ਼ ਕੀਤੇ ਸੀ, ਕਿਹੜੇ 5 ਵਰਡ ਸੀ ਉਹ? ਮਟੀਰੀਅਲਸ, ਸੋਲਿਡਸ, ਮਕੈਨਿਕਸ, ਡਿਫਾਰਮੇਬਲ ਸੋਲਿਡਸ ਤੇ ਸਟਰੈਂਥ। ਉਹਦੇ ਵਿੱਚੋਂ ਪਹਿਲਾ ਵਰਡ ਆਪਾਂ ਬਿਲਕੁਲ ਥੋਰਲੀ ਡਿਸਕਸ ਕਰ ਚੁੱਕੇ ਹਾਂ, ਮਟੀਰੀਅਲਸ। ਤੇ ਮਟੀਰੀਅਲਸ ਨੂੰ ਤੁਹਾਨੂੰ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਕਿ ਅਸੀਂ ਕਿਹੜੇ ਮੈਟਰ ਨੂੰ ਮਟੀਰੀਅਲ ਕਹਿ ਸਕਦੇ ਹਾਂ। दूसरा वर्ड है सॉलिड्स। तो इत्थे आके ये भी चीज ਆਪਾਂ ਕਲੀਅਰ ਕਰਕੇ ਚੱਲੀਏ ਕਿ ਇਸ ਪੂਰੇ ਸਬਜੈਕਟ ਦੇ ਵਿੱਚ ਆਪਾਂ ਸਬਜੈਕਟ ਦੇ ਨਾਮ ਵਿੱਚ ਹੀ ਪੜ ਰਹੇ ਹਾਂ, ਆਪਾਂ ਕਿਹਦੇ ਬਾਰੇ ਪੜਾਂਗੇ? ਇਸ ਪੂਰੇ ਸਬਜੈਕਟ ਦੇ ਵਿੱਚ ਆਪਾਂ ਸੋਲਿਡਸ ਦੇ ਬਾਰੇ ਡਿਸਕਸ ਕਰਨਾ ਹੈ। ਸਿਰਫ ਤੇ ਸਿਰਫ ਆਪਾਂ ਸੋਲਿਡਸ ਨੂੰ ਡਿਸਕਸ ਕਰਾਂਗੇ। ਤਾਂ ਮਟੀਰੀਅਲਸ ਤੇ ਸੋਲਿਡਸ ਨੂੰ ਡਿਸਕਸ ਕਰਨ ਤੋਂ ਬਾਅਦ ਆਪਾਂ ਆਪਣੇ ਤੀਸਰੇ ਵਰਡ ਮਕੈਨਿਕਸ ਨੂੰ ਡਿਸਕਸ ਕਰਾਂਗੇ। ਬੱਚਿਓ ਮਕੈਨਿਕਸ ਇੱਕ ਪੂਰੇ ਦਾ ਪੂਰਾ ਸਬਜੈਕਟ ਹੈ ਜਿਹਨੂੰ ਤੁਸੀਂ ਆਲਰੇਡੀ ਆਪਣੇ ਤੀਜੇ ਸਮੈਸਟਰ ਦੇ ਵਿੱਚ ਪੜ ਚੁੱਕੇ ਹੋ, ਬਟ ਆਪਾਂ ਉਸ ਸਬਜੈਕਟ ਨੂੰ ਰੀਕਾਲ ਕਰਾਂਗੇ ਤੇ ਆਪਾਂ ਦੇਖਾਂਗੇ ਕਿੱਦਾਂ ਇਸ ਸਬਜੈਕਟ ਦੇ ਕੁਝ ਪਾਰਟਸ ਆਪਾਂ ਨੂੰ ਇਸ ਸਬਜੈਕਟ ਦੇ ਵਿੱਚ ਹੈਲਪ ਕਰ ਸਕਦੇ ਹਨ।
ਤਾਂ ਮਕੈਨਿਕਸ ਨੂੰ ਰਿਕਾਲ ਕਰਨ ਲਈ ਮੈਂ ਇੱਕ ਸੋਲਿਡ ਬੋਡੀ ਦੀ ਐਗਜ਼ਾਮਪਲ ਲੈ ਕੇ ਚੱਲੂੰਗਾ। ਦੇਖੋ मैं जिन्नियां भी एग्जाम्पल्स अगे लेके चलूंगा वो सिर्फ सॉलिड बॉडीज ਦੀਆਂ ਹੋਣਗੀਆਂ क्योंकि इस सब्जेक्ट ਦੇ ਵਿੱਚ ਆਪਾਂ ਸਿਰਫ ਤੇ ਸਿਰਫ ਸੋਲਿਡਸ ਨੂੰ ਡਿਸਕਸ ਕਰਨਾ ਹੈ, ਲਿਕੁਇਡਸ ਤੇ ਗੈਸਸ ਨੂੰ ਇਸ ਸਬਜੈਕਟ ਦੇ ਵਿੱਚ ਡਿਸਕਸ ਨਹੀਂ ਕਰਾਂਗੇ। ਤਾਂ ਮੇਰੇ ਕੋਲ ਇੱਕ ਸੋਲਿਡ ਬੋਡੀ ਹੈ ਤੇ ਮੈਂ ਇਸ ਸੋਲਿਡ ਬੋਡੀ ਦੇ ਉੱਪਰ ਇੱਕ ਫੋਰਸ ਲਾਉਂਗਾ। ਹੁਣ ਜੇ ਮੈਂ ਇਸ ਸੋਲਿਡ ਬੋਡੀ ਦੇ ਉੱਪਰ ਇੱਕ 50 ਨਿਊਟਨ ਦੀ ਫੋਰਸ ਇਸ ਡਾਇਰੈਕਸ਼ਨ ਦੇ ਵਿੱਚ ਲਾਉਂਗਾ ਤਾਂ ਕੀ ਹੋਏਗਾ? ਇਹ ਬੋਡੀ ਇਸ ਡਾਇਰੈਕਸ਼ਨ ਦੇ ਵਿੱਚ, ਜਿਹੜੀ ਡਾਇਰੈਕਸ਼ਨ ਦੇ ਵਿੱਚ ਮੈਂ ਫੋਰਸ ਲਾਈ ਸੀ ਉਸੇ ਡਾਇਰੈਕਸ਼ਨ ਦੇ ਵਿੱਚ ਇਹ ਬੋਡੀ ਮੂਵ ਕਰਨਾ ਸਟਾਰਟ ਕਰ ਦੇਗੀ। मतलब ਇਹ ਬੋਡੀ ਆਪਣੀ ਪੋਜੀਸ਼ਨ ਨੂੰ ਚੇਂਜ ਕਰੇਗੀ, मतलब ਇਹ ਬੋਡੀ डिस्प्लेस करेगी, मतलब इस बॉडी की डिस्प्लेसमेंट होगी मेरी उस एक सिंगल फोर्स करके जिहदा मैग्नीट्यूड 50 न्यूटन सी 50 न्यूटन सी। हुण दूसरा केस लेके चलते हैं। इसे सॉलिड बॉडी के ऊपर मैं 50 न्यूटन फोर्स ला रहा बट उधरों दूसरी साइड तो कोई होर जना आया उन्हें भी इस बॉडी के ऊपर 50 न्यूटन फोर्स लानी शुरू करती, लेकिन अपोजिट डायरेक्शन दे विच, लेकिन उल्टी डायरेक्शन दे विच। तां की होएगा? इस बॉडी के ऊपर मैं भी 50 न्यूटन की फोर्स ला रहा, वो दूसरा पर्सन भी 50 न्यूटन की फोर्स ला रहा पर अपोजिट डायरेक्शन दे विच ला रहा। तो नेट फोर्स इस बॉडी के ऊपर कितनी आएगी? नेट फोर्स तो जीरो होगी, हुण जे नेट फोर्स जीरो हो गई इसका मतलब ये बॉडी मूव नहीं करेगी, तो इस बॉडी नाल की होएगा? इस बॉडी दीयां डायमेंशनस चेंज करनगियां। डायमेंशनस चेंज करना मतलब ये बॉडी कंप्रेस कर सकती है, बॉडी कंप्रेस कर सकती है इन्हां दोनों फोर्सेस दे करके। इस बॉडी की लेंथ डिक्रीज कर सकती है। तो जदों कोई बॉडी दीयां डायमेंशनस चेंज होंदियां तो आपां कहने आ कि वो बॉडी डिफॉर्म कर रही है, मतलब उस बॉडी की डिफॉर्मेशन हो रही है। तो अपनी पहली एग्जांपल दे विच बॉडी डिस्प्लेस कर रही सी, बट दूसरी एग्जांपल दे विच अपनी बॉडी डिफॉर्म कर रही है। हुण तीसरी एग्जांपल की बनती है? इस सॉलिड बॉडी के ऊपर मैं 50 न्यूटन फोर्स ला रहा सी, उधरों कोई होर भी है जिहड़ा 50 न्यूटन फोर्स ला रहा है, बट एक जना है होर आउंदा है ते ओह मैनूं सपोर्ट करदा है ते ओह मेरे नाल जिहड़ी डायरेक्शन दे विच मैं 50 न्यूटन फोर्स ला रहा उसे डायरेक्शन दे विच ओह 30 न्यूटन फोर्स लाउणी शुरू कर दिंदा। मतलब मेरी ते ओहदी फोर्स मिलके कितनी होगी? 80 न्यूटन की फोर्स है जिहड़ी इस डायरेक्शन दे विच असीं ला रहे, बट उधरों कितनी आ रही है? 50 न्यूटन की फोर्स आ रही है। ਹੁਣ ਮੇਰੀ 50 ਨਿਊਟਨ ਦੀ ਫੋਰਸ ਤੇ ਉਹ ਦੂਸਰੇ ਪਰਸਨ ਦੀ ਜਿਹੜੀ 50 ਨਿਊਟਨ ਦੀ ਫੋਰਸ ਸੀ ਉਹ ਤਾਂ ਕੈਨਸਲ ਕਰ ਗਈ ਹੈ। ਉਹਦੇ ਕਰਕੇ ਕੀ ਹੋ ਰਿਹਾ? ਉਹਦੇ ਕਰਕੇ ਬਾਡੀ ਡਿਫਾਰਮ ਕਰ ਰਹੀ ਹੈ। ਬਟ ਹੁਣ ਜਿਹੜਾ ਥਰਡ ਪਰਸਨ ਆਇਆ ਤੇ ਉਹਨੇ ਜੋ ਫੋਰਸ ਲਾਉਣੀ ਸਟਾਰਟ ਕੀਤੀ 30 ਨਿਊਟਨ ਦੀ, ਉਸ 30 ਨਿਊਟਨ ਫੋਰਸ ਤੇ ਕਰਕੇ ਉਹ ਬਾਡੀ ਮੂਵ ਕਰਨਾ ਸਟਾਰਟ ਕਰ ਦੇਗੀ, मतलब ਉਹ ਬਾਡੀ ਡਿਸਪਲੇਸ ਕਰਨਾ ਸਟਾਰਟ ਕਰ ਦੇਗੀ। ਤਾਂ ਆਪਣੀ ਤੀਸਰੀ ਐਗਜ਼ਾਮਪਲ ਦੇ ਵਿੱਚ ਕੀ ਹੋਇਆ? उस बॉडी के ऊपर दो फोर्सेस आ रही सी, एक 80 न्यूटन की इस डायरेक्शन च, एक 50 न्यूटन की इस डायरेक्शन च। इस 80 दे विचों 50 न्यूटन ते 50 न्यूटन जिहड़ा इधरों आ रहा सी वो दोवें तां इस बॉडी नूं कंप्रेस कर रहे हैं, उन्हां दोवां दे करके बॉडी डिस्प्लेस नहीं कर रही। लेकिन जिहड़ी बची 30 न्यूटन इस डायरेक्शन दे विच की करेगी? वो इस बॉडी नूं इस डायरेक्शन च मूव करवाना स्टार्ट कर देगी, डिस्प्लेस करवाना स्टार्ट कर देगी। मतलब अपनी तीसरी एग्जाम्पल दे विच बॉडी की डिफॉर्मेशन भी हो रही है 50 न्यूटन फोर्सेस दे करके, ते डिस्प्लेसमेंट भी हो रही है उस एक्स्ट्रा 30 न्यूटन दे करके। तां जदों एक बॉडी के ऊपर फोर्स या मल्टीपल फोर्सेस आउंदियां तां तीन चीज़ां हो सकदियां। तां उत्थे तीन चीज़ां हो सकदियां। पहली, वो बॉडी डिस्प्लेस कर सकती है, वो बॉडी मूव कर सकती है उस फोर्स दे करके। दूसरी, उस बॉडी की डिफॉर्मेशन हो सकती है, मतलब उस बॉडी दी डायमेंशनस चेंज हो सकती हैं। ते तीसरी, बॉडी डिस्प्लेस भी कर सकती है, बॉडी डिफॉर्म भी कर सकती है, दोनों चीज़ां इकट्ठियां भी हो सकती हैं। तो आप मैकेनिक्स को डिफाइन किद्दां करते हैं? मैकेनिक्स इज द ब्रांच ऑफ साइंस। ये जिहड़ा सब्जेक्ट है ये साइंस की ही एक ब्रांच है। मैकेनिक्स इज द ब्रांच ऑफ साइंस विच डील्स विद डिफरेंट टाइप्स ऑफ फोर्सेस, जिहदे विच आपां अलग-अलग तरह दीयां फोर्सेस नूं पढ़दे हां, which deals with the different types of forces and the effect of those forces on different types of bodies and the effect of those forces on different types of bodies। मतलब इस सब्जेक्ट ਦੇ ਵਿੱਚ ਅਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਫੋਰਸਸ ਨੂੰ ਪੜ੍ਹਦੇ ਹਾਂ ਤੇ ਉਹਨਾਂ ਅਲੱਗ-ਅਲੱਗ ਤਰ੍ਹਾਂ ਦੀਆਂ ਫੋਰਸਸ ਦੇ ਕਰਕੇ ਜੋ ਇਫੈਕਟ ਪ੍ਰੋਡਿਊਸ ਹੋ ਰਹੇ ਆ ਅਲੱਗ-ਅਲੱਗ ਤਰ੍ਹਾਂ ਦੀਆਂ ਬਾਡੀਜ਼ ਦੇ ਵਿੱਚ ਆਪਾਂ ਉਹਨੂੰ ਡਿਸਕਸ ਕਰਦੇ ਹਾਂ। ਅਲੱਗ-ਅਲੱਗ ਤਰ੍ਹਾਂ ਦੀਆਂ ਬਾਡੀਜ਼ ਤੋਂ ਇੱਥੇ ਕੀ ਮਤਲਬ ਹੈ? ਉਹ ਸੋਲਿਡ ਬਾਡੀਜ਼ ਵੀ ਹੋ ਸਕਦੀਆਂ, ਉਹ ਲਿਕੁਇਡ ਬਾਡੀਜ਼ ਵੀ ਹੋ ਸਕਦੀਆਂ, ਉਹ ਗੈਸੀਅਸ ਬਾਡੀਜ਼ ਵੀ ਹੋ ਸਕਦੀਆਂ।
ਬਟ ਲਿਕੁਇਡਸ ਤੇ ਗੈਸਸ ਨੂੰ ਆਪਾਂ ਡਿਸਕਸ ਨਹੀਂ ਕਰਨਾ। ਤਾਂ ਇਸ ਸਬਜੈਕਟ ਦੇ ਵਿੱਚ ਆਪਾਂ ਮਕੈਨਿਕਸ ਨੂੰ ਪੜਾਂਗੇ, ਲੇਕਿਨ ਸਿਰਫ ਤੇ ਸਿਰਫ ਕਿਹਦੀ ਮਕੈਨਿਕਸ ਨੂੰ ਪੜਾਂਗੇ, ਆਪਾਂ ਸਿਰਫ ਸੋਲਿਡਸ ਦੀ ਮਕੈਨਿਕਸ ਨੂੰ ਪੜਨਾ। ਆਪਾਂ ਸਿਰਫ ਸੋਲਿਡਸ ਦੀ ਮਕੈਨਿਕਸ ਨੂੰ ਪੜਾਂਗੇ। ਤੇ ਮਕੈਨਿਕਸ ਦੇ ਵਿੱਚ ਆਪਾਂ ਕਰਦੇ ਕੀ ਆ, ਇੱਕ ਬਾਡੀ ਦੇ ਉੱਪਰ ਜਿਹੜੀਆਂ ਫੋਰਸਸ ਆ ਰਹੀਆਂ ਉਸ ਫੋਰਸਸ ਨੂੰ ਡਿਸਕਸ ਕਰਦੇ ਆ ਤੇ ਉਹਨਾਂ ਫੋਰਸਸ ਦੇ ਕਰਕੇ ਜੋ ਇਫੈਕਟ ਉਸ ਬਾਡੀ ਦੇ ਵਿੱਚ ਪ੍ਰੋਡਿਊਸ ਹੋ ਰਹੇ ਆ, ਆਪਾਂ ਉਹਨਾਂ ਇਫੈਕਟਸ ਨੂੰ ਸਟੱਡੀ ਕਰਦੇ ਆ। ਤੇ ਕਿਹੜੇ ਇਫੈਕਟਸ ਪ੍ਰੋਡਿਊਸ ਹੋ ਸਕਦੇ ਆ, ਆਪਾਂ ਹੁਣੇ ਡਿਸਕਸ ਕੀਤਾ 3 ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ, ਜਾਂ ਬਾਡੀ ਡਿਸਪਲੇਸ ਕਰ ਸਕਦੀ ਹੈ, ਜਾਂ ਬਾਡੀ ਡਿਫਾਰਮ ਕਰ ਸਕਦੀ ਹੈ, ਜਾਂ ਹੋ ਸਕਦਾ ਬਾਡੀ 'ਚ ਡਿਸਪਲੇਸਮੈਂਟ ਵੀ ਹੋਵੇ ਤੇ ਬਾਡੀ 'ਚ ਡਿਫਾਰਮੇਸ਼ਨ ਵੀ ਹੋਵੇ। ਤਾਂ ਇੱਕ ਚੀਜ਼ ਤਾਂ ਤੋਂ ਪੱਕੀ ਹੈ ਕਿ ਜਦੋਂ ਇੱਕ ਬਾਡੀ ਦੇ ਉੱਪਰ ਫੋਰਸ ਜਾਂ ਫੋਰਸਸ ਆਉਂਦੀਆਂ ਤਾਂ ਉਹ ਬਾਡੀ ਜਾਂ ਤਾਂ ਸਟੇਸ਼ਨਰੀ ਰਹੇਗੀ ਜਾਂ ਉਹ ਬਾਡੀ ਮੂਵ ਕਰੇਗੀ। ਜੇ ਤਾਂ ਅਲੱਗ-ਅਲੱਗ ਤਰ੍ਹਾਂ ਦੀਆਂ ਫੋਰਸਸ ਦੇ ਕਰਕੇ ਉਹ ਬਾਡੀ ਸਟੇਸ਼ਨਰੀ ਹੈ, ਜੇ ਅਲੱਗ-ਅਲੱਗ ਤਰ੍ਹਾਂ ਦੀਆਂ ਫੋਰਸਸ ਦੇ ਕਰਕੇ ਜੋ ਫੋਰਸਸ ਇੱਕ ਪਾਰਟਿਕੂਲਰ ਬਾਡੀ ਦੇ ਉੱਪਰ ਆ ਰਹੀਆਂ ਹੈ, ਜੇ ਉਹਨਾਂ ਸਾਰੀਆਂ ਫੋਰਸਸ ਦੇ ਕਰਕੇ ਉਹ ਬਾਡੀ ਸਟੇਸ਼ਨਰੀ ਹੈ, ਮਤਲਬ ਉਹ ਮੂਵ ਨਹੀਂ ਕਰ ਰਹੀ, ਤਾਂ ਮਕੈਨਿਕਸ ਦੇ ਉਸ ਪਾਰਟ ਨੂੰ ਆਪਾਂ ਕਹਿੰਦੇ ਆ ਸਟੈਟਿਕਸ। ਸਟੈਟਿਕਸ ਦਾ ਮਤਲਬ ਰੁਕਿਆ ਹੋਇਆ ਚੀਜ਼ਾਂ ਸਟੇਸ਼ਨਰੀ ਹੈ, ਉੱਥੇ ਬਾਡੀਜ਼ ਮੂਵ ਨਹੀਂ ਕਰ ਰਹੀਆਂ ਸਟੈਟਿਕਸ ਦੇ ਵਿੱਚ। ਬਟ ਇਹੀ ਜੇ ਉਹਨਾਂ ਸਾਰੀਆਂ ਫੋਰਸਸ ਦੇ ਕਰਕੇ ਆਪਣੀ ਬਾਡੀ ਮੂਵ ਕਰਨਾ ਸਟਾਰਟ ਕਰ ਦਿੰਦੀ ਹੈ, ਤਾਂ ਆਪਾਂ ਮਕੈਨਿਕਸ ਦੇ ਉਸ ਪਾਰਟ ਨੂੰ ਕਹਿੰਦੇ ਆ ਡਾਇਨਾਮਿਕਸ ਦਾ ਮਤਲਬ ਹੁੰਦਾ ਮੋਸ਼ਨ, ਬਾਡੀਜ਼ ਮੋਸ਼ਨ ਦੇ ਵਿੱਚ ਹੈ। ਤਾਂ ਮਕੈਨਿਕਸ ਦੇ ਵੀ ਫਰਦਰ ਅੱਗੇ 2 ਪਾਰਟਸ ਹੈ, ਸਟੈਟਿਕਸ ਤੇ ਡਾਇਨਾਮਿਕਸ। ਹੁਣ ਇੱਕ ਚੀਜ਼ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ, ਕਿ ਇਸ ਪੂਰੇ ਸਬਜੈਕਟ ਦੇ ਵਿੱਚ ਸਾਡੀਆਂ ਜਿੰਨੀਆਂ ਵੀ ਬਾਡੀਜ਼ ਆਪਾਂ ਡਿਸਕਸ ਕਰਾਂਗੇ ਉਹ ਬਾਡੀਜ਼ ਮੂਵ ਨਹੀਂ ਕਰਨਗੀਆਂ। ਆਪਾਂ ਇਹ ਚੀਜ਼ ਮੰਨ ਕੇ ਨਹੀਂ ਚੱਲ ਰਹੇ। ਮੈਂ ਤੁਹਾਨੂੰ ਐਗਜ਼ਾਮਪਲਸ ਦਿੰਦਾ, ਆਪਾਂ ਕਿਹੜੀਆਂ ਚੀਜ਼ਾਂ ਨੂੰ ਇੱਥੇ ਡਿਸਕਸ ਕਰਨਾ ਹੈ। ਆਪਾਂ ਇਸ ਸਬਜੈਕਟ ਦੇ ਵਿੱਚ 4 ਮੈਂਬਰਸ ਹੈ ਜਿਹਨੂੰ ਡਿਜ਼ਾਈਨ ਕਰਨਾ ਸਿੱਖਾਂਗੇ। ਆਪਾਂ ਇਸ ਸਬਜੈਕਟ ਦੇ ਵਿੱਚ 4 ਮੈਂਬਰਸ ਹੈ ਜਿਹਨੂੰ ਡਿਜ਼ਾਈਨ ਕਰਨਾ ਸਿੱਖਾਂਗੇ। ਉਹ 4 ਮੈਂਬਰਸ ਕਿਹੜੇ ਹੈ? ਪਹਿਲਾ ਬਾਰਸ ਜਿਹੜਾ ਸਰੀਆ ਕਿੱਥੇ ਯੂਜ਼ ਹੁੰਦਾ? ਸਰੀਆ ਆਪਣੀਆਂ ਬਿਲਡਿੰਗਸ ਦੇ ਵਿੱਚ ਯੂਜ਼ ਹੁੰਦਾ। ਤੁਹਾਡੇ ਘਰ ਦੀਆਂ ਜਿਹੜੀਆਂ ਕੰਧਾਂ ਹੈ ਉਹਨਾਂ ਦੇ ਵਿੱਚ ਕੀ ਸਰੀਆ ਹੈ? ਤੁਹਾਡੇ ਘਰ ਦੀ ਜਿਹੜੀ ਛੱਤ ਹੈ ਉਹਦੇ ਵਿੱਚ ਕੀ ਹੈ? ਸਰੀਆ। ਜਿਹੜੇ ਫਲਾਈਓਵਰਸ ਹੈ ਉਹਨਾਂ 'ਚ ਕੀ ਹੈ? ਸਰੀਆ। ਤਾਂ ਜਿੰਨੀਆਂ ਵੀ ਬਿਲਡਿੰਗਸ ਹੈ ਜਾਂ ਜਿੰਨੇ ਵੀ ਸਟਰਕਚਰਸ ਆਪਾਂ ਆਪਣੇ ਆਸੇ-ਪਾਸੇ ਦੇਖਦੇ ਆ, ਉਹਨਾਂ ਸਾਰਿਆਂ ਦੇ ਵਿੱਚ ਸਰੀਏ ਦਾ ਯੂਜ਼ ਹੁੰਦਾ, ਬਾਰਸ ਦਾ ਯੂਜ਼ ਹੁੰਦਾ। ਕੀ ਉਹ ਸਰੀਆ ਜਦੋਂ ਇੱਕ ਵਾਰ ਉਹਨੂੰ ਬਿਲਡਿੰਗ ਦੇ ਵਿੱਚ ਲਾਤਾ, ਆਪਾਂ ਕਿਸੇ ਵੀ ਸਟਰਕਚਰ ਦੇ ਵਿੱਚ ਆਪਾਂ ਉਹਨੂੰ ਇੰਸਟਾਲ ਕਰਤਾ, ਕਿ ਉਹ ਸਰੀਆ ਕਦੇ ਮੂਵ ਕਰੇਗਾ? ਉਹ ਆਪਣੀ ਲਾਈਫ ਟਾਈਮ ਦੇ ਵਿੱਚ ਕਦੇ ਵੀ ਮੂਵ ਨਹੀਂ ਕਰੇਗਾ, ਉਹਦੇ ਵਿੱਚ ਕੋਈ ਮੋਸ਼ਨ ਨਹੀਂ ਹੋਏਗਾ। ਉਹ ਸਟੇਸ਼ਨਰੀ ਹੈ, ਉਹ ਸਟੈਟਿਕਸ ਦਾ ਪਾਰਟ ਹੈ। ਦੂਜਾ ਮੈਂਬਰ ਜਿਹੜਾ ਆਪਾਂ ਡਿਜ਼ਾਈਨ ਕਰਨਾ ਸਿੱਖਾਂਗੇ ਉਹ ਬੀਮਸ ਹੈ। ਜਦੋਂ ਇੱਕ ਵਾਰ ਬਿਲਡਿੰਗ ਬਣ ਗਈ ਤੇ ਬਿਲਡਿੰਗ ਦੀ ਛੱਤ ਦੇ ਵਿੱਚ ਬੀਮ ਪੈ ਗਈ ਕਿ ਕਦੇ ਉਹ ਬੀਮ ਮੂਵ ਕਰ ਪਾਉਣਗੇ? ਕਦੇ ਵੀ ਉਹ ਬੀਮਸ ਮੂਵ ਨਹੀਂ ਕਰ ਸਕਦੇ। ਇਹਦਾ ਮਤਲਬ ਆਪਣਾ ਇਹ ਮੈਂਬਰ ਵੀ ਕੀ ਹੈ? ਸਟੇਸ਼ਨਰੀ ਹੈ। ਤੀਸਰਾ ਮੈਂਬਰ ਜੋ ਆਪਾਂ ਡਿਜ਼ਾਈਨ ਕਰਨਾ ਸਿੱਖਾਂਗੇ ਉਹ ਕਾਲਮਸ ਹੈ। ਕਾਲਮਸ ਯਾਨੀ ਕਿ ਪਿਲਰਸ, ਜਿਹਦੇ ਉੱਪਰ ਇਹ ਪੂਰੀ ਦੀ ਪੂਰੀ ਬਿਲਡਿੰਗ ਦਾ ਭਾਰ ਖੜਾ। ਤਾਂ ਜਦੋਂ ਇੱਕ ਬਿਲਡਿੰਗ ਬਣ ਜਾਂਦੀ ਹੈ ਤੇ ਉਹਦੇ ਵਿੱਚ ਪਿਲਰ ਇੱਕ ਵਾਰ ਇੰਸਟਾਲ ਕਰਤਾ, ਤਾਂ ਕੀ ਉਹ ਪਿਲਰ ਕਦੇ ਮੂਵ ਕਰ ਸਕੇਗਾ? ਉਹ ਪਿਲਰ ਵੀ ਕਦੇ ਮੂਵ ਨਹੀਂ ਕਰੇਗਾ। ਤਾਂ ਮੈਂ ਇੱਥੇ 3 ਸਟਰਕਚਰਲ ਮੈਂਬਰਸ ਦੀ ਗੱਲ ਕਰ ਰਿਹਾ, ਬਾਰਸ, ਬੀਮਸ ਤੇ ਕਾਲਮਸ। ਜਦੋਂ ਇੱਕ ਬਿਲਡਿੰਗ ਤਿਆਰ ਹੋ ਗਈ ਤੇ ਬਿਲਡਿੰਗ ਦੇ ਵਿੱਚ ਸਾਰੇ ਮੈਂਬਰਸ ਨੂੰ ਆਪਾਂ ਲਾਤਾ, ਤਾਂ ਆਪਣੀ ਪੂਰੀ ਲਾਈਫ ਟਾਈਮ ਦੇ ਵਿੱਚ ਇਹ ਤਿੰਨੋਂ ਮੈਂਬਰਸ ਕਦੇ ਵੀ ਮੂਵ ਨਹੀਂ ਕਰ ਸਕਦੇ। ਇਹ ਤਿੰਨੋਂ ਹੀ ਮੈਂਬਰਸ ਸਟੇਸ਼ਨਰੀ ਹੈ। ਚੌਥਾ ਮੈਂਬਰ ਜਿਹੜਾ ਆਪਾਂ ਡਿਜ਼ਾਈਨ ਕਰਨਾ ਸਿੱਖਾਂਗੇ ਉਹ ਸ਼ਾਫਟਸ ਹੈ। ਦੇਖੋ, ਸ਼ਾਫਟਸ ਨੋ ਡਾਊਟ ਰੋਟੇਟ ਕਰਦੀਆਂ, ਉਹਨਾਂ ਦੇ ਵਿੱਚ ਮੋਸ਼ਨ ਹੁੰਦਾ, ਬਟ ਇਸ ਸਬਜੈਕਟ ਦੇ ਵਿੱਚ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਸ਼ਾਫਟਸ ਜਿਹੜੀਆਂ ਆਪਾਂ ਡਿਜ਼ਾਈਨ ਕਰਨੀਆਂ ਉਹ ਇੱਕ ਐਂਡ ਤੋਂ ਫਿਕਸਡ ਹੈ ਤੇ ਦੂਸਰੇ ਐਂਡ ਤੋਂ ਆਪਾਂ ਉਹਨਾਂ ਦੇ ਉੱਪਰ ਟਾਰਕ ਲਾ ਰਹੇ ਹਾਂ, ਮਤਲਬ ਉਹਨੂੰ ਘੁਮਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਜੇ ਉਹ ਸ਼ਾਫਟ ਇੱਕ ਐਂਡ ਤੋਂ ਫਿਕਸ ਹੈ ਤਾਂ ਉਹ ਘੁੰਮ ਨਹੀਂ ਸਕਦੀਆਂ। ਹਾਂ, ਜੇ ਤੁਸੀਂ ਦੂਸਰੇ ਐਂਡ ਤੋਂ ਟਾਰਕ ਲਾਓਗੇ ਤਾਂ ਉਹ ਸ਼ਾਫਟ ਕੀ ਕਰੇਗੀ? ਉਹ ਸ਼ਾਫਟ ਟਵਿਸਟ ਕਰੇਗੀ, ਉਸ ਸ਼ਾਫਟ ਦੀ ਟਵਿਸਟਿੰਗ ਹੋਏਗੀ। ਤਾਂ ਚੌਥਾ ਮੈਂਬਰ ਜਿਹੜਾ ਆਪਾਂ ਸ਼ਾਫਟ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਉਹਨੂੰ ਵੀ ਆਪਾਂ ਇਸ ਸਬਜੈਕਟ ਦੇ ਵਿੱਚ ਕੀ ਮੰਨ ਕੇ ਚੱਲਾਂਗੇ? ਸਟੇਸ਼ਨਰੀ ਮੰਨ ਕੇ ਚੱਲਾਂਗੇ। ਉਹ ਵੀ ਮੂਵ ਨਹੀਂ ਕਰੇਗਾ। ਤਾਂ ਚਾਰੇ ਮੈਂਬਰਸ ਜੋ ਆਪਾਂ ਇਸ ਸਬਜੈਕਟ ਦੇ ਵਿੱਚ ਡਿਜ਼ਾਈਨ ਕਰਨੇ ਸਿੱਖਨੇ ਆ, ਬਾਰਸ, ਬੀਮਸ, ਕਾਲਮਸ ਤੇ ਸ਼ਾਫਟਸ, ਉਹ ਚਾਰੇ ਹੀ ਮੈਂਬਰਸ ਸਟੇਸ਼ਨਰੀ ਹੈ, ਰੁਕੇ ਹੋਏ ਹੈ।
ਇਹਦਾ ਮਤਲਬ ਆਪਾਂ ਇੱਥੇ ਪੂਰੀ ਦੀ ਪੂਰੀ ਮਕੈਨਿਕਸ ਨੂੰ ਨਹੀਂ ਪੜ੍ਹਨਾ, ਕਿਉਂਕਿ ਮਕੈਨਿਕਸ ਦੇ ਤਾਂ ਦੋ ਪਾਰਟਸ ਹੈ, ਸਟੈਟਿਕਸ ਤੇ ਡਾਇਨਾਮਿਕਸ। ਸਟੈਟਿਕਸ ਮਕੈਨਿਕਸ ਦਾ ਉਹ ਪਾਰਟ ਹੈ ਜਿਹੜਾ ਰੁਕੀਆਂ ਹੋਈਆਂ ਚੀਜ਼ਾਂ ਦੇ ਨਾਲ ਡੀਲ ਕਰਦਾ ਹੈ, ਤੇ ਡਾਇਨਾਮਿਕਸ ਮਕੈਨਿਕਸ ਦਾ ਉਹ ਪਾਰਟ ਹੈ ਜਿਹੜਾ ਉਹਨਾਂ ਬਾਡੀਜ਼ ਨਾਲ ਡੀਲ ਕਰਦਾ ਹੈ ਜਿਹੜੀਆਂ ਬਾਡੀਜ਼ ਮੂਵ ਕਰ ਰਹੀਆਂ। ਬਟ ਸਾਡੇ ਸਬਜੈਕਟ ਦੇ ਵਿੱਚ ਤਾਂ ਬਾਡੀਜ਼ ਮੂਵ ਹੀ ਨਹੀਂ ਕਰ ਰਹੀਆਂ, ਤੇ ਜੇ ਬਾਡੀਜ਼ ਮੂਵ ਨਹੀਂ ਕਰ ਰਹੀਆਂ ਮਤਲਬ ਅਸੀਂ ਡਾਇਨਾਮਿਕਸ ਨੂੰ ਨਹੀਂ, ਅਸੀਂ ਸਿਰਫ ਤੇ ਸਿਰਫ ਇਸ ਸਬਜੈਕਟ ਦੇ ਵਿੱਚ ਮਕੈਨਿਕਸ ਦਾ ਕਿਹੜਾ ਪਾਰਟ ਪੜਾਂਗੇ, ਆਪਾਂ ਸਿਰਫ ਤੇ ਸਿਰਫ ਸਟੈਟਿਕਸ ਨੂੰ ਪੜਾਂਗੇ। ਤਾਂ ਹੁਣ ਕਾਫੀ ਚੀਜ਼ਾਂ ਇੱਥੋਂ ਤੱਕ ਤੁਹਾਨੂੰ ਕਲੀਅਰ ਹੋ ਜਾਣੀਆਂ ਚਾਹੀਦੀਆਂ ਕਿ ਆਪਾਂ ਇਸ ਸਬਜੈਕਟ ਦੇ ਵਿੱਚ ਅੱਗੇ ਪੜ੍ਹਨ ਕੀ ਜਾ ਰਹੇ ਹਾਂ। ਆਪਾਂ ਇਸ ਸਬਜੈਕਟਸ ਦੇ ਵਿੱਚ ਸੋਲਿਡਸ ਨੂੰ ਪੜ੍ਹਨਾ ਹੈ, ਤੇ ਉਹ ਸੋਲਿਡਸ ਆਪਣੇ ਇਸ ਸਬਜੈਕਟ ਦੇ ਵਿੱਚ ਸਟੇਸ਼ਨਰੀ ਹੋਣਗੇ, ਰੁਕੇ ਹੋਏ ਹੋਣਗੇ, ਉਹਨਾਂ 'ਚ ਕੋਈ ਮੋਸ਼ਨ ਨਹੀਂ ਹੋਏਗਾ। ਹੁਣ ਜੇ ਉਹਨਾਂ ਸੋਲਿਡਸ ਦੇ ਵਿੱਚ ਕੋਈ ਮੋਸ਼ਨ ਹੀ ਨਹੀਂ ਹੈ ਤਾਂ ਉਹ ਸੋਲਿਡਸ ਦੇ ਉੱਪਰ ਜਦੋਂ ਫੋਰਸਸ ਆਉਣਗੀਆਂ ਤਾਂ ਕੀ ਹੋਏਗਾ, ਉਹ ਸੋਲਿਡਸ ਦੀਆਂ ਡਾਇਮੈਂਸ਼ਨਸ ਚੇਂਜ ਕਰਨਗੀਆਂ, ਉਹ ਸੋਲਿਡਸ ਡਿਫਾਰਮ ਕਰਨਗੇ, ਤੇ ਆਪਾਂ ਉਹਨਾਂ ਹੀ ਡਿਫਾਰਮੇਸ਼ਨਸ ਨੂੰ ਇਸ ਸਬਜੈਕਟ ਦੇ ਵਿੱਚ ਡਿਸਕਸ ਕਰਾਂਗੇ। ਤਾਂ ਇਹ ਸੀ ਆਪਣਾ ਤੀਸਰਾ ਵਰਡ ਵਿਚ ਇਜ਼ ਮਕੈਨਿਕਸ। ਤੇ ਤੁਹਾਨੂੰ ਇਹ ਚੀਜ਼ ਕਲੀਅਰ ਹੋ ਜਾਣੀ ਚਾਹੀਦੀ ਹੈ ਕਿ ਇਨ ਫਿਊਚਰ ਆਪਾਂ ਇਸ ਸਬਜੈਕਟ ਦੇ ਵਿੱਚ ਪੂਰੀ ਮਕੈਨਿਕਸ ਨਹੀਂ ਡਿਸਕਸ ਕਰਾਂਗੇ, ਮਕੈਨਿਕਸ ਦਾ ਸਿਰਫ ਇੱਕ ਪਾਰਟ ਡਿਸਕਸ ਕਰਾਂਗੇ ਸਟੈਟਿਕਸ, ਤੇ ਸਟੈਟਿਕਸ ਵੀ ਕੀ ਦੀ ਪੜਾਂਗੇ, ਸਿਰਫ ਸੋਲਿਡਸ ਦੀ ਪੜਾਂਗੇ, ਲਿਕੁਇਡਸ ਤੇ ਗੈਸਸ ਨੂੰ ਵੀ ਇਸ ਸਬਜੈਕਟ ਦੇ ਵਿੱਚ ਡਿਸਕਸ ਨਹੀਂ ਕਰਨਾ। ਤਾਂ ਹੁਣ ਮੈਂ ਕਹਿ ਸਕਦਾ ਕਿ ਇਸ ਸਬਜੈਕਟ ਦੇ ਵਿੱਚ ਆਪਾਂ ਪੜ੍ਹਨ ਕੀ ਜਾ ਰਹੇ ਹਾਂ, ਸਟੈਟਿਕਸ ਆਫ ਸੋਲਿਡਸ। ਬਟ ਯਾਰ ਸੋਲਿਡਸ ਵੀ ਦੋ ਤਰ੍ਹਾਂ ਦੇ ਹੁੰਦੇ ਆ, ਰਿਜਿਡ ਸੋਲਿਡਸ ਤੇ ਡੀਫਾਰਮੇਬਲ ਸੋਲਿਡਸ। ਰਿਜਿਡ ਸੋਲਿਡਸ ਤੇ ਡੀਫਾਰਮੇਬਲ ਸੋਲਿਡਸ ਦੇ ਵਿੱਚ ਡਿਫਰੈਂਸ ਕੀ ਹੈ? ਵੈਸੇ ਤਾਂ ਨਾਮ ਤੋਂ ਕਲੀਅਰ ਹੋ ਰਿਹਾ ਹੈ, ਬਟ ਆਪਾਂ ਇਹਨੂੰ ਡਿਸਕਸ ਕਰਦੇ ਆ ਕਿ ਰਿਜਿਡ ਸੋਲਿਡਸ ਕਿਹਨੂੰ ਕਹਾਂਗੇ ਤੇ ਡੀਫਾਰਮੇਬਲ ਸੋਲਿਡਸ ਕਿਹਨੂੰ ਕਹਾਂਗੇ। ਦੇਖੋ, ਜਦੋਂ ਇੱਕ ਸੋਲਿਡ ਬਾਡੀ ਦੇ ਉੱਪਰ ਫੋਰਸਸ ਆਉਂਦੀਆਂ ਤੇ ਉਹਨਾਂ ਸਾਰੀਆਂ ਫੋਰਸਸ ਦਾ ਜੇ ਸਮ ਇਜ਼ ਇਕੁਅਲ ਟੂ 0 ਹੋ ਜੇ ਤਾਂ ਆਪਾਂ ਕਹਿੰਦੇ ਆ ਕਿ ਨੈਟ ਫੋਰਸ ਇਸ ਬਾਡੀ ਦੇ ਉੱਪਰ 0 ਹੈ ਤੇ ਇਹ ਬਾਡੀ ਮੂਵ ਨਹੀਂ ਕਰੇਗੀ। ਤਾਂ ਫਿਰ ਕੀ ਹੋਏਗਾ, ਇਸ ਬਾਡੀ ਦੀ ਡਿਫਾਰਮੇਸ਼ਨ ਹੋਏਗੀ। ਬਟ ਜ਼ਰੂਰੀ ਨਹੀਂ ਹੈ। ਹੋ ਸਕਦਾ ਕਿ ਉਹ ਸੋਲਿਡ ਇੰਨਾ ਸਟਰੋਂਗ ਹੋਵੇ ਕਿ ਉਹਦੀਆਂ ਡਾਇਮੈਂਸ਼ਨਸ ਦੇ ਵਿੱਚ ਕੋਈ ਫਰਕ ਹੀ ਨਾ ਆਵੇ, ਜਾਂ ਫਿਰ ਉਹ ਡਾਇਮੈਂਸ਼ਨਸ ਦੇ ਵਿੱਚ ਜਿਹੜਾ ਫਰਕ ਆ ਵੀ ਰਿਹਾ ਉਹ ਇੰਨਾ ਥੋੜਾ ਹੋਵੇ ਕਿ ਆਪਾਂ ਉਹਨੂੰ ਇਗਨੋਰ ਕਰ ਸਕੀਏ, ਆਪਾਂ ਉਹਨੂੰ ਨੈਗਲੈਕਟ ਕਰ ਸਕੀਏ ਕਿ ਨਹੀਂ ਯਾਰ ਇਹ ਤਾਂ ਬਹੁਤ ਥੋੜਾ ਹੈ, ਇਹਨੂੰ ਕੰਸੀਡਰ ਕਰਨ ਦੀ ਲੋੜ ਨਹੀਂ ਹੈ। ਜੇ ਇਦਾਂ ਦਾ ਕੋਈ ਕੇਸ ਹੈ ਤਾਂ ਉਸ ਕੇਸ ਦੇ ਵਿੱਚ ਆਪਾਂ ਕਹਾਂਗੇ ਕਿ ਯਾਰ ਸੋਲਿਡ ਬਹੁਤ ਰਿਜਿਡ ਹੈ, ਕਿ ਆਪਣਾ ਸੋਲਿਡ ਬਹੁਤ ਰਿਜਿਡ ਦਾ ਮਤਲਬ ਉਹਦੇ ਉੱਪਰ ਫੋਰਸਸ ਲਾ ਰਹੇ ਆ ਬਟ ਉਹਦੀਆਂ ਡਾਇਮੈਂਸ਼ਨਸ ਹੀ ਚੇਂਜ ਨਹੀਂ ਕਰ ਰਹੀਆਂ। ਬਟ ਦੂਸਰੇ ਪਾਸੇ ਡੀਫਾਰਮੇਬਲ ਸੋਲਿਡਸ ਹੈ, ਨਾਮ ਤੋਂ ਪਤਾ ਚੱਲ ਰਿਹਾ ਡੀਫਾਰਮੇਬਲ, ਜਿਨ੍ਹਾਂ ਨੂੰ ਡੀਫਾਰਮ ਕੀਤਾ ਜਾ ਸਕਦਾ ਹੈ। ਮਤਲਬ ਜੇ ਉਹਨਾਂ ਸੋਲਿਡਸ ਦੇ ਉੱਪਰ ਆਪਾਂ ਫੋਰਸਸ ਲਾਈਏ ਤਾਂ ਉਹ ਸੋਲਿਡਸ ਦੀਆਂ ਡਾਇਮੈਂਸ਼ਨਸ ਚੇਂਜ ਕਰਨਗੀਆਂ ਤੇ ਉਹ ਸੋਲਿਡਸ ਨੂੰ ਆਪਾਂ ਕੀ ਕਹਾਂਗੇ, ਡੀਫਾਰਮੇਬਲ ਸੋਲਿਡਸ। ਹੁਣ ਇੱਥੇ ਇੱਕ ਬਹੁਤ ਇੰਪੋਰਟੈਂਟ ਕੰਸੈਪਟ ਸਮਝਣ ਦੀ ਲੋੜ ਹੈ। ਜਦੋਂ ਕਿਸੇ ਵੀ ਬਾਡੀ ਦੇ ਉੱਪਰ ਫੋਰਸਸ ਆਉਣਗੀਆਂ ਤਾਂ ਉਹਨਾਂ ਫੋਰਸਸ ਦੇ ਕਰਕੇ ਬਾਡੀ ਡਿਫਾਰਮ ਕਰੇਗੀ। ਦੁਨੀਆ 'ਚ ਕੋਈ ਵੀ ਇਦਾਂ ਦੀ ਬਾਡੀ ਨਹੀਂ ਹੈ ਜਿਹੜੀ ਕਿਸੇ ਵੀ ਫੋਰਸ ਦੇ ਕਰਕੇ ਡਿਫਾਰਮ ਨਾ ਕਰੇ। ਜੇ ਇੱਕ ਪੁਲ ਦੇ ਉੱਪਰ, ਇੱਕ ਬ੍ਰਿਜ ਦੇ ਉੱਪਰ ਆ ਕੇ ਇੱਕ ਮੱਖੀ ਵੀ ਬਹਿ ਜੇ, ਤਾਂ ਉਸ ਮੱਖੀ ਦੇ ਭਾਰ ਕਰਕੇ ਵੀ ਉਹ ਬ੍ਰਿਜ ਡਿਫਾਰਮ ਕਰੇਗਾ। ਬਟ ਉਸ ਕੇਸ ਦੇ ਵਿੱਚ ਉਹ ਡਿਫਾਰਮੇਸ਼ਨ ਇੰਨੀ ਘੱਟ ਹੋਏਗੀ ਕਿ ਆਪਾਂ ਉਸ ਡਿਫਾਰਮੇਸ਼ਨ ਨੂੰ ਨੈਗਲੈਕਟ ਕਰ ਸਕਦੇ ਹਾਂ ਤੇ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਬ੍ਰਿਜ ਹੈ ਉਹ ਇੱਕ ਰਿਜਿਡ ਬਾਡੀ ਦੀ ਤਰ੍ਹਾਂ ਐਕਟ ਕਰ ਰਿਹਾ। ਤਾਂ ਬਾਡੀਜ਼ ਹਮੇਸ਼ਾ ਡਿਫਾਰਮ ਕਰਦੀਆਂ। ਫਿਰ ਰਿਜਿਡ ਬਾਡੀ ਦਾ ਕਨਸੈਪਟ ਹੀ ਕਿਉਂ ਆਇਆ? ਜੇ ਬਾਡੀਜ਼ ਹਰ ਛੋਟੀ ਤੋਂ ਛੋਟੀ ਫੋਰਸ ਕਰਕੇ ਵੀ ਡਿਫਾਰਮ ਕਰਦੀਆਂ ਹੈ ਤਾਂ ਫਿਰ ਆਪਾਂ ਰਿਜਿਡ ਬਾਡੀਜ਼ ਨੂੰ ਡਿਸਕਸ ਹੀ ਕਿਉਂ ਕਰਦੇ ਹਾਂ? ਬਿਲਕੁਲ, ਕਿਉਂਕਿ ਰਿਜਿਡ ਬਾਡੀਜ਼ ਕਿਸੇ ਵੀ ਬਾਡੀ ਨੂੰ ਰਿਜਿਡ ਕਦੋਂ ਕਹਿਣਾ ਤੇ ਡਿਫਾਰਮੇਬਲ ਕਦੋਂ ਕਹਿਣਾ, ਇਹ ਆਪਣੇ ਤੇ ਡਿਪੈਂਡ ਕਰਦਾ ਤੇ ਇਹ ਪ੍ਰੋਬਲਮ ਤੇ ਡਿਪੈਂਡ ਕਰਦਾ ਕਿ ਅਸੀਂ ਕਿਸ ਤਰ੍ਹਾਂ ਦੀ ਪ੍ਰੋਬਲਮ ਦੇ ਨਾਲ ਡੀਲ ਕਰ ਰਹੇ ਹਾਂ। मैं एक सिंपल जी एग्जांपल लेके चलता। मान लो एक क्रिकेटर है, एक बैट्समैन है, तो वो बैट्समैन ਨੂੰ एक डिलीवरी आती है तो बैट्समैन उस बॉल ਨੂੰ हिट करता। ਹੁਣ ਇਸ ਪ੍ਰੋਬਲਮ ਦੇ ਵਿੱਚ ਬਾਲ ਵੱਲ ਧਿਆਨ ਦੇਣਾ। ਅਸੀਂ ਸਾਡੇ ਲਈ ਇੰਪੋਰਟੈਂਟ ਕੀ ਹੈ ਇਸ ਕੇਸ ਦੇ ਵਿੱਚ? ਜਦੋਂ ਉਹ ਬੈਟਸਮੈਨ ਬਾਲ ਨੂੰ ਹਿੱਟ ਕਰੇਗਾ ਤਾਂ ਉਹ ਬਾਲ ਡਿਫਾਰਮ ਕਰੇਗੀ।
ਉਹ ਬਾਲ ਡੀਫਾਰਮ ਕਰੇਗੀ, ਬਟ ਕੀ ਉਹ ਡੀਫਾਰਮੇਸ਼ਨ ਸਾਡੇ ਕਿਸੇ ਕੰਮ ਦੀ ਹੈ? ਨਹੀਂ, ਸਾਡੇ ਕਿਸੇ ਕੰਮ ਦੀ ਨਹੀਂ ਹੈ। ਸਾਡੇ ਲਈ ਕੀ ਇੰਪੋਰਟੈਂਟ ਹੈ ਕਿ ਜਦੋਂ ਉਸ ਬੈਟਸਮੈਨ ਨੇ ਉਸ ਬਾਲ ਨੂੰ ਹਿੱਟ ਕੀਤਾ ਤਾਂ ਉਹ ਬਾਲ ਕਿੰਨੀ ਸਪੀਡ ਨਾਲ ਵਾਪਸ ਗਈ ਜਾਂ ਉਹ ਬਾਲ ਕਿੰਨੀ ਦੂਰ ਜਾ ਕੇ ਗਿਰੀ। ਆਪਣੇ ਲਈ ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੈ। ਤਾਂ ਇਸ ਕੇਸ ਦੇ ਵਿੱਚ, ਇਸ ਐਗਜ਼ਾਮਪਲ ਦੇ ਵਿੱਚ ਆਪਾਂ ਬਾਲ ਦੀ ਡੀਫਾਰਮੇਸ਼ਨ ਵੱਲ ਫੋਕਸ ਨਹੀਂ ਕਰ ਰਹੇ, ਆਪਾਂ ਬਾਲ ਦੇ ਮੋਸ਼ਨ ਵੱਲ ਫੋਕਸ ਕਰ ਰਹੇ ਹਾਂ ਕਿ ਬਾਲ ਕਿੰਨੀ ਤੇਜ਼ ਜਾ ਰਹੀ ਹੈ, ਬਾਲ ਕਿੰਨੀ ਦੂਰ ਜਾ ਰਹੀ ਹੈ। ਤਾਂ ਆਪਾਂ ਇਸ ਕੇਸ ਦੇ ਵਿੱਚ ਬਾਲ ਦੀ ਡੀਫਾਰਮੇਸ਼ਨ ਨੂੰ ਨੈਗਲੈਕਟ ਕਰਤਾ। ਜੇ ਆਪਣੇ ਲਈ ਉਹ ਡੀਫਾਰਮੇਸ਼ਨ ਇੰਪੋਰਟੈਂਟ ਨਹੀਂ ਹੈ ਤਾਂ ਆਪਾਂ ਉਸ ਡੀਫਾਰਮੇਸ਼ਨ ਨੂੰ ਇਗਨੋਰ ਕਰ ਸਕਦੇ ਹਾਂ। ਤੇ ਜੇ ਆਪਾਂ ਡੀਫਾਰਮੇਸ਼ਨ ਨੂੰ ਇਗਨੋਰ ਕਰਤਾ, ਮਤਲਬ ਆਪਾਂ ਉਸ ਬਾਡੀ ਨੂੰ ਇੱਕ ਰਿਜਿਡ ਬਾਡੀ ਮੰਨ ਕੇ ਚੱਲ ਰਹੇ ਹਾਂ। ਇਦਾਂ ਹੀ ਜੇ ਮੰਨ ਲਓ ਆਪਣੇ ਕੋਲ ਇੱਕ ਕਾਰ ਹੈ ਤੇ ਆਪਾਂ ਉਸ ਕਾਰ ਦੀ ਪਰਫਾਰਮੈਂਸ ਨੂੰ ਚੈੱਕ ਕਰਨਾ ਹੈ। ਹੁਣ ਪਰਫਾਰਮੈਂਸ ਕਿੱਦਾਂ ਦੀ ਪਰਫਾਰਮੈਂਸ ਨੂੰ ਚੈੱਕ ਕਰਨਾ ਹੈ, ਉਹਦੇ ਤੇ ਡਿਪੈਂਡ ਕਰੇਗਾ ਕਿ ਆਪਾਂ ਉਸ ਕਾਰ ਨੂੰ ਸੋਲਿਡ ਬਾਡੀ ਕਹਿਣਾ ਹੈ ਜਾਂ ਡੀਫਾਰਮੇਬਲ ਬਾਡੀ ਕਹਿਣਾ। ਜੇ ਆਪਾਂ ਉਸ ਬਾਡੀ ਦੀ ਮਾਈਲੇਜ ਚੈੱਕ ਕਰਨਾ ਚਾਹੁੰਦੇ ਹਾਂ, ਆਪਾਂ ਉਸ ਬਾਡੀ ਦੀ ਪਿਕਅਪ ਚੈੱਕ ਕਰਨਾ ਚਾਹੁੰਦੇ ਹਾਂ, ਆਪਾਂ ਉਸ ਕਾਰ ਦੀ ਟਾਪ ਸਪੀਡ ਨੂੰ ਚੈੱਕ ਕਰਨਾ ਚਾਹੁੰਦੇ ਹਾਂ, ਤਾਂ ਉਸ ਕੇਸ ਦੇ ਵਿੱਚ ਜਦੋਂ ਆਪਾਂ ਉਸ ਕਾਰ ਨੂੰ ਮੋਸ਼ਨ 'ਚ ਲੈ ਕੇ ਆਵਾਂਗੇ ਤਾਂ ਉਹਦੇ ਜਿੰਨੇ ਵੀ ਪਾਰਟਸ ਉਸ ਕਾਰ ਦੇ ਵਿੱਚ ਕੰਮ ਕਰ ਰਹੇ ਆ, ਉਹਨਾਂ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੀਆਂ ਫੋਰਸਸ ਆਉਣਗੀਆਂ ਜਦੋਂ ਮੂਵ ਕਰਨਗੇ। ਬਟ ਉਹ ਫੋਰਸਸ ਸਾਡੇ ਲਈ ਮਾਇਨੇ ਨਹੀਂ ਰੱਖਦੀਆਂ, ਕਿਉਂਕਿ ਸਾਡੀ ਪ੍ਰੋਬਲਮ ਕੀ ਹੈ ਇਸ ਟਾਈਮ? ਸਾਡੀ ਪ੍ਰੋਬਲਮ ਸਿਰਫ ਇਹ ਹੈ, ਅਸੀਂ ਇਹ ਦੇਖਣਾ ਹੈ ਕਿ ਕਾਰ ਕਿੰਨੀ ਤੇਜ਼ ਮੂਵ ਕਰ ਰਹੀ ਹੈ, ਕਿੰਨੀ ਪਿਕਅਪ ਹੈ ਉਸ ਕਾਰ ਦੀ, ਜਾਂ ਕਿੰਨੀ ਮਾਈਲੇਜ ਦੇ ਰਹੀ ਹੈ ਉਹ ਕਾਰ ਸਾਨੂੰ। ਤਾਂ ਉਸ ਕੇਸ ਦੇ ਵਿੱਚ ਆਪਾਂ ਕਾਰ ਨੂੰ ਕੀ ਕੰਸੀਡਰ ਕਰਕੇ ਚੱਲਾਂਗੇ? ਆਪਾਂ ਉਸ ਕਾਰ ਨੂੰ ਰਿਜਿਡ ਬਾਡੀ ਕੰਸੀਡਰ ਕਰਕੇ ਚੱਲਾਂਗੇ। ਬਟ ਇਹੀ ਜੇ ਆਪਾਂ ਇਹ ਦੇਖਣਾ ਹੈ ਕਿ ਉਹ ਕਾਰ ਕਿੰਨਾ ਲੋਡ ਚੱਲ ਸਕਦੀ ਹੈ, ਯਾਨੀ ਕਿ ਜੇ ਉਸ ਕਾਰ ਦਾ ਐਕਸੀਡੈਂਟ ਹੋ ਜੇ ਤਾਂ ਉਸ ਕਾਰ ਨੂੰ ਕਿੰਨਾ ਡੈਮੇਜ ਹੋਏਗਾ। ਜੇ ਆਪਾਂ ਇਹ ਚੀਜ਼ ਚੈੱਕ ਕਰਨੀ ਹੈ ਤਾਂ ਆਪਾਂ ਕੀ ਕਰਦੇ ਹਾਂ? ਆਪਾਂ ਉਸ ਕਾਰ ਦਾ ਕ੍ਰੈਸ਼ ਟੈਸਟ ਕਰਦੇ ਹਾਂ। ਕ੍ਰੈਸ਼ ਟੈਸਟ ਮਤਲਬ ਕਾਰ ਨੂੰ ਬਹੁਤ ਤੇਜ਼ ਭਜਾ ਕੇ ਆਪਾਂ ਲੈ ਜਾ ਕੇ ਕੰਧ ਦੇ ਵਿੱਚ ਮਾਰਾਂਗੇ। ਬਿਲਕੁਲ ਟੈਸਟਿੰਗ ਇਦਾਂ ਹੀ ਹੁੰਦੀ ਹੈ। ਤੇ ਉਸ ਕ੍ਰੈਸ਼ ਟੈਸਟ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਉਸ ਕਾਰ ਨੂੰ ਕਿੰਨਾ ਡੈਮੇਜ ਹੋਇਆ। ਤਾਂ ਉਸ ਕੇਸ ਦੇ ਵਿੱਚ ਕਾਰ ਦੇ ਇੱਕ ਪਾਰਟ ਦੀ ਜਿਹੜੀ ਡੀਫਾਰਮੇਸ਼ਨ ਹੈ ਉਹਨੂੰ ਟੈਸਟ ਕੀਤਾ ਜਾਏਗਾ। ਤਾਂ ਉਸ ਕੇਸ ਦੇ ਵਿੱਚ ਡੀਫਾਰਮੇਸ਼ਨਸ ਨੂੰ ਸਟੱਡੀ ਕੀਤਾ ਜਾ ਰਿਹਾ ਹੈ। ਤਾਂ ਆਪਾਂ ਇਸ ਪ੍ਰੋਬਲਮ ਦੇ ਵਿੱਚ ਉਸੇ ਕਾਰ ਨੂੰ ਇੱਕ ਡੀਫਾਰਮੇਬਲ ਸੋਲਿਡ ਕੰਸੀਡਰ ਕਰਕੇ ਤੇ ਉਸ ਪ੍ਰੋਬਲਮ ਨੂੰ ਡਿਸਕਸ ਕਰਾਂਗੇ, ਉਸ ਪ੍ਰੋਬਲਮ ਨੂੰ ਸੋਲਵ ਕਰਾਂਗੇ। ਕਿਉਂਕਿ ਰਿਜਿਡ ਬਾਡੀਜ਼ ਤੇ ਡੀਫਾਰਮੇਬਲ ਜਿਹੜੀਆਂ ਬਾਡੀਜ਼ ਹੈ, ਦੋਨਾਂ ਹੀ ਤਰ੍ਹਾਂ ਦੇ ਜਿਹੜੇ ਸੋਲਿਡਸ ਹੈ, ਦੋਨਾਂ ਤਰ੍ਹਾਂ ਦੇ ਸੋਲਿਡਸ ਨੂੰ ਗਵਰਨ, ਜਿਹੜੀਆਂ ਇਕੁਏਸ਼ਨਸ ਗਵਰਨ ਕਰਦੀਆਂ ਉਹ ਇਕੁਏਸ਼ਨਸ ਡਿਫਰੈਂਟ ਹੈ। ਤਾਂ ਆਪਾਂ ਨੂੰ ਇਹ ਦੇਖਣਾ ਪਏਗਾ ਕਿ ਕਿਸ ਤਰ੍ਹਾਂ ਦੀ ਪ੍ਰੋਬਲਮ ਦੇ ਵਿੱਚ ਮੈਂ ਬਾਡੀ ਨੂੰ ਰਿਜਿਡ ਬਾਡੀ ਮੰਨ ਕੇ ਚੱਲਾਂ ਤੇ ਕਿਸ ਤਰ੍ਹਾਂ ਦੀ ਪ੍ਰੋਬਲਮ ਦੇ ਵਿੱਚ ਮੈਂ ਬਾਡੀ ਨੂੰ ਇੱਕ ਡੀਫਾਰਮੇਬਲ ਬਾਡੀ ਮੰਨ ਕੇ ਚੱਲਾਂ। ਤਾਂ ਡਿਪੈਂਡ ਕਰਦਾ, ਆਪਾਂ ਇੱਕੋ ਹੀ ਬਾਡੀ ਨੂੰ ਕਿਸੇ ਇੱਕ ਪ੍ਰੋਬਲਮ ਦੇ ਵਿੱਚ ਰਿਜਿਡ ਕਹਿ ਸਕਦੇ ਹਾਂ ਤੇ ਕਿਸੇ ਦੂਸਰੀ ਪ੍ਰੋਬਲਮ ਦੇ ਵਿੱਚ ਉਹਨੂੰ ਡੀਫਾਰਮੇਬਲ ਕਹਿ ਸਕਦੇ ਹਾਂ। ਜਿੱਥੇ ਉਹ ਬਾਡੀ ਨੂੰ ਆਪਾਂ ਰਿਜਿਡ ਕਵਾਂਗੇ ਉੱਥੇ ਆਪਾਂ ਰਿਜਿਡ ਸੋਲਿਡਸ ਦੇ ਜਿਹੜੇ ਕਨਸੈਪਟਸ ਹੈ, ਰਿਜਿਡ ਸੋਲਿਡਸ ਦੀਆਂ ਜਿਹੜੀਆਂ ਇਕੁਏਸ਼ਨਸ ਹੈ ਉਹਨਾਂ ਨੂੰ ਯੂਜ਼ ਕਰਾਂਗੇ। ਤੇ ਜਿੱਥੇ ਆਪਣੇ ਲਈ ਡੀਫਾਰਮੇਸ਼ਨਸ ਇੰਪੋਰਟੈਂਟ ਹੈ, ਜਿੱਥੇ ਆਪਾਂ ਉਸ ਬਾਡੀ ਨੂੰ ਡੀਫਾਰਮੇਬਲ ਬਾਡੀ ਮੰਨ ਕੇ ਚੱਲਣਾ ਹੈ, ਉੱਥੇ ਆਪਾਂ ਉਸ ਬਾਡੀ ਦੇ ਉੱਪਰ ਡੀਫਾਰਮੇਬਲ ਸੋਲਿਡਸ ਦੀਆਂ ਸਾਰੀਆਂ ਇਕੁਏਸ਼ਨਸ ਤੇ ਡੀਫਾਰਮੇਬਲ ਸੋਲਿਡਸ ਦੇ ਸਾਰੇ ਕਨਸੈਪਟਸ ਨੂੰ ਅਪਲਾਈ ਕਰਾਂਗੇ। ਸੋ ਦਿਸ ਇਜ਼ ਦੀ ਬੇਸਿਕ ਡਿਫਰੈਂਸ ਬਿਟਵੀਨ ਰਿਜਿਡ ਸੋਲਿਡਸ ਐਂਡ ਡੀਫਾਰਮੇਬਲ ਸੋਲਿਡਸ। ਤਾਂ ਸਮਰੀ ਕੀ ਹੈ ਇਸ ਟੌਪਿਕ ਦੀ ਕਿ ਕਿਸੇ ਵੀ ਬਾਡੀ ਦੇ ਉੱਪਰ ਜਦੋਂ ਕਿਸੇ ਵੀ ਤਰ੍ਹਾਂ ਦੀ ਫੋਰਸ ਆਏਗੀ ਤਾਂ ਉਹ ਬਾਡੀ ਡੀਫਾਰਮ ਕਰੇਗੀ। ਬਟ ਆਪਾਂ ਦੇਖਣਾ ਹੈ ਕਿ ਉਸ ਬਾਡੀ ਨੂੰ ਆਪਾਂ ਸੋਲਿਡ ਬਾਡੀ ਮੰਨ ਕੇ ਚੱਲਣਾ ਹੈ, ਉਸ ਬਾਡੀ ਨੂੰ ਆਪਾਂ ਰਿਜਿਡ ਬਾਡੀ ਮੰਨ ਕੇ ਚੱਲਣਾ ਹੈ ਜਾਂ ਡੀਫਾਰਮੇਬਲ ਬਾਡੀ ਮੰਨ ਕੇ ਚੱਲਣਾ। ਜੇ ਆਪਾਂ ਉਸ ਬਾਡੀ ਨੂੰ, ਜੇ ਆਪਣੇ ਲਈ ਉਸ ਬਾਡੀ ਦਾ ਮੋਸ਼ਨ ਜ਼ਿਆਦਾ ਇੰਪੋਰਟੈਂਟ ਹੈ ਤਾਂ ਆਪਾਂ ਉਸ ਬਾਡੀ ਨੂੰ ਰਿਜਿਡ ਬਾਡੀ ਮੰਨ ਕੇ ਚੱਲਾਂਗੇ। ਬਟ ਜੇ ਆਪਣੇ ਲਈ ਉਸ ਬਾਡੀ ਦੀਆਂ ਡੀਫਾਰਮੇਸ਼ਨਸ ਇੰਪੋਰਟੈਂਟ ਹੈ ਤਾਂ ਆਪਾਂ ਉਸ ਬਾਡੀ ਨੂੰ ਡੀਫਾਰਮੇਬਲ ਬਾਡੀ ਮੰਨ ਕੇ ਚੱਲਾਂਗੇ। ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਸਬਜੈਕਟ ਦੀ। ਇਸ ਸਬਜੈਕਟ ਦੇ ਵਿੱਚ ਆਪਾਂ ਕਿਹੜੇ ਸੋਲਿਡਸ ਨੂੰ ਪੜ੍ਹਨਾ ਹੈ? ਆਪਾਂ ਰਿਜਿਡ ਸੋਲਿਡਸ ਨੂੰ ਪੜਾਂਗੇ ਜਾਂ ਡੀਫਾਰਮੇਬਲ ਸੋਲਿਡਸ ਨੂੰ ਪੜਾਂਗੇ? ਮੈਂ ਹੁਣੇ ਤੁਹਾਡੇ ਨਾਲ ਡਿਸਕਸ ਕੀਤਾ ਕਿ ਆਪਾਂ ਇਸ ਸਬਜੈਕਟ ਦੇ ਵਿੱਚ 4 ਮੈਂਬਰਸ ਨੂੰ ਡਿਸਕਸ ਕਰਨਾ ਹੈ, ਬਾਰਸ, ਬੀਮਸ, ਕਾਲਮਸ ਤੇ ਸ਼ਾਫਟਸ। ਤੇ ਇਹ 4 ਹੀ ਮੈਂਬਰਸ ਕੀ ਹੈ? ਸਟੇਸ਼ਨਰੀ ਹੈ, ਇਹ ਮੂਵ ਨਹੀਂ ਕਰ ਰਹੇ, ਯਾਨੀ ਕਿ ਇੱਥੇ ਮੋਸ਼ਨ ਦਾ ਕੋਈ ਕਨਸੈਪਟ ਹੀ ਨਹੀਂ ਹੈ। ਹੁਣ ਸਰੀਆ ਜਾਂ ਬੀਮ ਜਾਂ ਕਾਲਮ ਜਾਂ ਸ਼ਾਫਟ, ਜਦੋਂ ਇਹਨਾਂ ਮੈਂਬਰਸ ਦੇ ਉੱਪਰ, ਜਦੋਂ ਬਿਲਡਿੰਗਸ ਦੇ ਉੱਪਰ, ਜਦੋਂ ਸਟਰਕਚਰਸ ਦੇ ਉੱਪਰ ਲੋਡ ਆਉਂਦਾ ਹੈ ਤਾਂ ਇਹ ਸਾਰੇ ਦੇ ਸਾਰੇ ਸਟਰਕਚਰਲ ਮੈਂਬਰਸ ਡੀਫਾਰਮ ਕਰਦੇ। ਤੁਸੀਂ ਬਿਲਕੁਲ ਕਦੇ ਨਾ ਕਦੇ ਐਕਸਪੀਰੀਅੰਸ ਕੀਤਾ ਹੋਊਗਾ, ਇੱਕ ਪੁਲ ਦੇ ਉੱਪਰੋਂ ਜੇ ਗੱਡੀਆਂ ਲੰਘ ਰਹੀਆਂ ਕਾਫੀ ਸਾਰੀਆਂ ਤਾਂ ਉਹ ਪੁਲ ਹਲਕਾ ਵਾਈਬ੍ਰੇਟ ਕਰਦਾ, ਹਲਕਾ ਵਾਈਬ੍ਰੇਟ ਕਰਦਾ। ਤਾਂ ਉਸ ਕੇਸ ਦੇ ਵਿੱਚ ਆਪਣੇ ਸਟਰਕਚਰਸ ਕੀ ਕਰ ਰਹੇ ਆ? ਆਪਣੇ ਸਟਰਕਚਰਸ ਡੀਫਾਰਮ ਕਰ ਰਹੇ ਆ।
ਤੇ ਬਿਲਕੁਲ ਜੇ ਉਹ ਡਿਫਾਰਮੇਸ਼ਨਸ ਪਰਮਿਸਿਬਲ ਲਿਮਿਟਸ ਤੋਂ ਜ਼ਿਆਦਾ ਹੋ ਗਈਆਂ ਤਾਂ ਆਪਣੇ ਉਹ ਸਟਰਕਚਰਸ ਫੇਲ ਕਰ ਸਕਦੇ ਆ, ਆਪਣੇ ਉਹ ਸਟਰਕਚਰਸ ਕੋਲੈਪਸ ਕਰ ਸਕਦੇ ਆ। ਮਤਲਬ ਇਸ ਸਬਜੈਕਟ ਦੇ ਵਿੱਚ ਸਾਡੀਆਂ ਜਿੰਨੀਆਂ ਵੀ ਬਾਡੀਜ਼ ਅਸੀਂ ਡਿਸਕਸ ਕਰਨੀਆਂ ਹੈ ਉਹ ਸਾਰੀਆਂ ਦੀਆਂ ਸਾਰੀਆਂ ਸਟੇਸ਼ਨਰੀ ਹੈ, ਉਹ ਮੂਵ ਨਹੀਂ ਕਰ ਰਹੀਆਂ। ਕਿਉਂਕਿ ਉਹ ਬਾਡੀਜ਼ ਮੂਵ ਨਹੀਂ ਕਰ ਰਹੀਆਂ ਤਾਂ ਇੱਥੇ ਇਸ ਬਾਡੀ ਨੂੰ, ਇਹਨਾਂ ਬਾਡੀਜ਼ ਨੂੰ ਰਿਜਿਡ ਬਾਡੀਜ਼ ਮੰਨਣ ਦਾ ਕੋਈ ਮਤਲਬ ਨਹੀਂ ਬਣਦਾ। ਨਾਲੇ ਇਹਨਾਂ ਬਾਡੀਜ਼ ਦੀਆਂ ਜਿਹੜੀਆਂ ਡਿਫਾਰਮੇਸ਼ਨਸ ਹੈ, ਹਲਕੀ ਹਲਕੀ ਡਿਫਾਰਮੇਸ਼ਨ ਵੀ ਸਾਡੇ ਲਈ ਇੰਪੋਰਟੈਂਟ ਹੈ, ਕਿਉਂਕਿ ਜੇ ਇਹ ਬਾਡੀਜ਼ ਪਰਮਿਸਿਬਲ ਲਿਮਿਟਸ ਤੋਂ ਜ਼ਿਆਦਾ ਡਿਫਾਰਮ ਕਰ ਗਈਆਂ ਤਾਂ ਇਹਨਾਂ ਦੇ ਫੇਲਿਅਰ ਦੇ ਚਾਂਸਸ ਹੈ। ਤੇ ਜੇ ਅਸੀਂ ਇਹਨਾਂ ਫੇਲਿਅਰਸ ਨੂੰ ਰੋਕਣਾ ਹੈ ਤਾਂ ਸਾਨੂੰ ਇਹਨਾਂ ਬਾਡੀਜ਼ ਨੂੰ ਡਿਫਾਰਮੇਬਲ ਬਾਡੀਜ਼ ਮੰਨ ਕੇ ਚੱਲਣਾ ਪਏਗਾ। ਤਾਂ ਮਤਲਬ ਅਸੀਂ ਇਸ ਸਬਜੈਕਟ ਦੇ ਵਿੱਚ ਸੋਲਿਡ ਮਟੀਰੀਅਲਸ ਨੂੰ ਡਿਸਕਸ ਕਰਨਾ ਹੈ। ਤੇ ਕਿਹੜੇ ਸੋਲਿਡ ਮਟੀਰੀਅਲਸ ਨੂੰ ਡਿਸਕਸ ਕਰਨਾ ਹੈ, ਰਿਜਿਡ ਜਾਂ ਡਿਫਾਰਮੇਬਲ। ਆਪਾਂ ਇੱਥੇ ਆਪਣੇ ਸੋਲਿਡਸ ਨੂੰ ਡਿਫਾਰਮੇਬਲ ਸੋਲਿਡਸ ਲੈ ਕੇ ਚੱਲਾਂਗੇ, ਡਿਫਾਰਮੇਬਲ ਸੋਲਿਡਸ ਲੈ ਕੇ ਚੱਲਾਂਗੇ ਤੇ ਜਿੰਨੀਆਂ ਵੀ ਇਕੁਏਸ਼ਨਸ ਇਹਨਾਂ ਸਾਰੇ ਮੈਂਬਰਸ ਦੇ ਉੱਪਰ ਲੱਗਣਗੀਆਂ ਉਹ ਡਿਫਾਰਮੇਬਲ ਸੋਲਿਡਸ ਵਾਲੀਆਂ ਹੀ ਲੱਗਣਗੀਆਂ। ਤੇ ਫਾਈਨਲੀ ਆਪਾਂ ਇੱਥੇ ਇਸ ਲੈਕਚਰ ਨੂੰ ਖਤਮ ਕਰਾਂਗੇ ਤੇ ਫਾਈਨਲ ਡਿਸਕਸ਼ਨ ਕਰਾਂਗੇ ਕਿ ਇਨ ਫਿਊਚਰ ਅਸੀਂ ਇਸ ਪੂਰੇ ਸਬਜੈਕਟ ਦੇ ਵਿੱਚ ਪੜ੍ਹਨ ਕੀ ਜਾ ਰਹੇ ਹਾਂ, ਕਿਉਂਕਿ ਇਸ ਪੂਰੇ ਲੈਕਚਰ ਦਾ ਆਬਜੈਕਟਿਵ ਇਹੀ ਸੀ ਕਿ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਇਨ ਫਿਊਚਰ ਅਗਲੇ ਚੈਪਟਰਸ ਦੇ ਵਿੱਚ ਆਪਾਂ ਕੀ ਪੜ੍ਹਨ ਜਾ ਰਹੇ ਹਾਂ, ਆਪਾਂ ਕਿੱਦਾਂ ਦੀਆਂ ਚੀਜ਼ਾਂ ਦੇ ਨਾਲ ਡੀਲ ਕਰਨਾ ਹੈ। ਤਾਂ ਆਪਾਂ ਇਸ ਸਬਜੈਕਟ ਦੇ ਵਿੱਚ ਸੋਲਿਡਸ ਦੇ ਨਾਲ ਡੀਲ ਕਰਨਾ ਹੈ, ਲਿਕੁਇਡਸ ਤੇ ਗੈਸਸ ਨੂੰ ਇਸ ਸਬਜੈਕਟ 'ਚ ਡਿਸਕਸ ਨਹੀਂ ਕੀਤਾ ਜਾਊਗਾ। ਆਪਾਂ ਇਸ ਸਬਜੈਕਟ ਦੇ ਵਿੱਚ ਸੋਲਿਡਸ ਦੀ ਸਟੈਟਿਕਸ ਵਾਲੇ ਪਾਰਟ ਨੂੰ ਪੜ੍ਹਨਾ ਹੈ। ਮਕੈਨਿਕਸ ਦੇ ਵਿੱਚ ਦੋ ਪਾਰਟਸ ਹੁੰਦੇ ਆ, ਸਟੈਟਿਕਸ ਤੇ ਡਾਇਨਾਮਿਕਸ। ਡਾਇਨਾਮਿਕਸ ਨੂੰ ਨਹੀਂ ਪੜਾਂਗੇ ਆਪਾਂ, ਸਿਰਫ ਕਿਹਨੂੰ ਪੜਾਂਗੇ, ਸਟੈਟਿਕਸ ਨੂੰ ਪੜਾਂਗੇ। ਮਤਲਬ ਸਾਡੀਆਂ ਬਾਡੀਜ਼, ਸਾਡੇ ਮੈਂਬਰਸ ਇਸ ਸਬਜੈਕਟ ਦੇ ਵਿੱਚ ਸਟੇਸ਼ਨਰੀ ਹੋਣਗੇ, ਉਹ ਮੂਵ ਨਹੀਂ ਕਰਨਗੇ। ਤੀਸਰੀ ਚੀਜ਼, ਕਿਹੜੇ ਸੋਲਿਡਸ ਨੂੰ ਪੜਨਾ ਆਪਾਂ ਇਸ ਸਬਜੈਕਟ ਦੇ ਵਿੱਚ ਰਿਜਿਡ ਜਾਂ ਡਿਫਾਰਮੇਬਲ ਸੋਲਿਡਸ ਨੂੰ ਪੜਾਂਗੇ। ਆਪਾਂ ਇਸ ਸਬਜੈਕਟ ਦੇ ਵਿੱਚ ਡਿਫਾਰਮੇਬਲ ਸੋਲਿਡਸ ਨੂੰ ਡਿਸਕਸ ਕਰਾਂਗੇ। ਮਤਲਬ ਇਸ ਸਬਜੈਕਟ ਨੂੰ ਜੇ ਮੈਂ ਆਪਣੇ ਵੱਲੋਂ ਇੱਕ ਨਾਮ ਦਵਾਂ ਤਾਂ ਉਹ ਨਾਮ ਕੀ ਹੋਏਗਾ, ਆਪਾਂ ਇਸ ਸਬਜੈਕਟ ਦੇ ਵਿੱਚ ਸਟੈਟਿਕਸ ਆਫ ਡਿਫਾਰਮੇਬਲ ਸੋਲਿਡਸ ਨੂੰ ਪੜਨਾ। ਮੈਂ ਰਿਪੀਟ ਕਰ ਰਿਹਾ, ਆਪਾਂ ਇਸ ਪੂਰੇ ਸਬਜੈਕਟ ਦੇ ਵਿੱਚ ਸਟੈਟਿਕਸ ਆਫ ਡਿਫਾਰਮੇਬਲ ਸੋਲਿਡਸ ਨੂੰ ਡਿਸਕਸ ਕਰਾਂਗੇ। ਤਾਂ ਇਸੇ ਦੇ ਨਾਲ ਹੀ ਇਸ ਲੈਕਚਰ ਨੂੰ ਆਪਾਂ ਖਤਮ ਕਰਾਂਗੇ ਤੇ ਨੈਕਸਟ ਲੈਕਚਰ ਦੇ ਵਿੱਚ ਹੋਰ ਇੰਟਰਸਟਿੰਗ ਫੈਕਟਸ ਨੂੰ ਡਿਸਕਸ ਕਰਾਂਗੇ। ਚਲੋ ਬੱਚਿਓ, ਥੈਂਕ ਯੂ।